गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, गुरसिखां ने, संत साधु जनां ने उपदेश दिता, साडे मन नूं समझाउंदे कि जो असीं मिरत मंडल विच आए हाँ, इस संसार दे विच, काल दे देश दे विच, इधर आ के हुण असीं वापस आपदे देश आपदे घर जाना, तो असीं शब्द गुरु तो बिना जा नहीं सकते। साडे देश परलोक ते इस लोक दे सेंटर दे विच भव सागर भव जल है। हुण शब्द तो बिना ये भव सागर नूं पार नहीं कीता जा सकदा। संसार दे विच जीवां दे अंदर हौमे होण करके, दुविधा होण करके उन्हां नूं ये शब्द गुरु दा भेत नहीं आउंदा। ना भेद होण करके शब्द गुरु दा अंदर हौमे है, अंदर दुविधा है, फिर असीं ये भव सागर दे विच डुबदे हां ते डुब डुब के दुबारा जमदे मरदे हां। मारे सचे पातशाह फरमाउंदे, बिन शब्दे भव जल क्यों तरीए, हौमे रोग जगत व्यापिया, दुविधा डुब डुब मरीए। बई संसार दे विच हौमे दा रोग ऐसा साडे मनां नूं लग्गिआ, हौमे दा ते नाम दा आपस विच विरोध है। ये दोवें इकट्ठे एक थां ते नहीं बसदे। जे साडे अंदर हौमे है तो सानू नाम का भेत नहीं आएगा, साडे हिरदे च नाम बसेगा नहीं। मारे कहते हौमे नामे नाल विरोध है, दोए ना बसी एक ठाई। जिहड़ी दुविधा है, ये दुविधा नूं बौरी आखी है गुरबाणी गुरु विच। बौरी कहते कमली, जिहड़े मनां नूं चुंबड़ जाती है, जिहड़े मन नूं लग जाती है, उस मन नूं भी ये बौरा कर देंदी है, कमला कर देती। मारे कहते दुविधा बौरी मन बौराया, झूठे लालच जन्म गवाया, लिमट रही हुण
ਬੰਧ ਨਾ ਪਾਇਆ ਕਿ ਇਹ ਜੋ ਦੁਬਦਾ ਹੈ, ਇਹ ਦੁਬਦਾ ਦੇ ਵਿੱਚ ਪਏ ਹੋਏ ਅਸੀਂ ਇਹ ਡੁੱਬਦੇ ਹਾਂ, ਇਹ ਭਵ ਸਾਗਰ ਭਵ ਜਲ ਦੇ ਵਿੱਚ ਦੁਬਦਾ ਡੁੱਬ ਡੁੱਬ ਮਰੀਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ ਵੀ ਜੇ ਅਸੀਂ ਦੁਬਦਾ 'ਚ ਹੀ ਰਹੇ, ਜੇ ਅਸੀਂ ਇਹ ਦੁਬਦਾ ਨੂੰ ਨਾ ਮਾਰਿਆ, ਜੇ ਅਸੀਂ ਇਹ ਦੁਬਦਾ ਨੂੰ ਨਾ ਛੱਡਿਆ, ਫਿਰ ਅਸੀਂ ਜੀਵਨ ਦੀ ਬਾਜੀ ਨੂੰ ਜਿੱਤ ਨਹੀਂ ਸਕਦੇ। ਅਸੀਂ ਹਾਰਾਂਗੇ ਹੀ ਹਾਰਾਂਗੇ। ਅਸੀਂ ਉਦੋਂ ਹੀ ਇਹ ਜੀਵਨ ਦੀ ਬਾਜੀ ਨੂੰ ਹਾਰਦੇ ਹਾਂ ਜਦੋਂ ਅਸੀਂ ਫਿਰ ਦੁਬਦਾ 'ਚ ਪੈਂਦੇ ਹਾਂ। ਸਾਨੂੰ ਇਹ ਜੀਵਨ ਮਿਲਿਆ ਮਾਨਸ ਜਾਮਾ ਪਦਾਰਥ ਦੇ ਰੂਪ ਦੇ ਵਿੱਚ 84 ਲੱਖ ਜੂਨ ਤੋਂ ਉੱਤਮ ਹੈ। ਜਦੋਂ ਅਸੀਂ ਇਹ ਸੰਸਾਰ ਵਿੱਚ ਆਉਂਦੇ ਹਾਂ, ਮਿਰਤ ਮੰਡਲ ਵਿੱਚ ਸਾਤੋਂ ਮਰਨ ਪਹਿਲਾਂ ਲਿਖਾ ਲਿਆ ਜਾਂਦਾ। ਦੁਬਦਾ 'ਚ ਪਿਆ ਹੋਇਆ ਮਰਨਾ ਵਿਸਾਰ ਕੇ ਫਿਰ ਦੂਸਰਿਆਂ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਖੜੀ ਕਰ ਲੈਂਦਾ। ਫਿਰ ਅਸੀਂ ਦੁਬਦਾ 'ਚ ਪਏ ਹੋਏ ਆਪਣੇ ਆਪੇ ਦੀ ਪਹਿਚਾਣ ਨਹੀਂ ਕਰ ਸਕਦੇ ਵੀ ਅਸੀਂ ਕੌਣ, ਕਿੱਥੋਂ ਆਏ। ਜੇ ਅਸੀਂ ਦੁਬਦਾ 'ਚ ਹੀ ਪਏ ਰਹੇ, ਸਾਨੂੰ ਸਾਡੇ ਅੰਦਰ ਦਾ ਗਿਆਨ ਨਹੀਂ ਹੋਣਾ, ਸਾਨੂੰ ਸਾਡੇ ਅੰਦਰ ਦਾ ਭੇਤ ਨਹੀਂ ਆਉਣਾ। ਇਸ ਵਾਸਤੇ ਫਿਰ ਇਹ ਦੁਬਦਾ 'ਚ ਪਿਆ ਹੋਇਆ ਜੀਵ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ ਅਤੇ ਸਮਾਂ ਉੱਧਰੋਂ ਖਤਮ ਹੋ ਜਾਂਦਾ। ਵਾਪਸ ਫਿਰ ਜੂਨਾਂ 'ਚ ਜਾਂਦਾ ਅਤੇ ਫਿਰ ਰੋਂਦਾ, ਫਿਰ ਪਛਤਾਉਂਦਾ ਬਈ ਮਾਨਸ ਜਾਰਥ ਦੁਬਦਾ ਖੋਵੈ, ਆਪ ਨ ਚੀਨਸ ਭਰਮ ਭਰਮ ਰੋਵੈ। ਕਿ ਜੇ ਅਸੀਂ ਦੁਬਦਾ 'ਚ ਹੀ ਪਏ ਰਹੇ, ਵੈਰ ਵਿਰੋਧ ਅਸੀਂ ਨਾ ਛੱਡਿਆ ਅਤੇ ਸਾਨੂੰ ਪਛਤਾਉਣਾ ਪੈਣਾ। ਇਹਦਾ ਜਿਹੜਾ ਅੰਤ ਇਹ ਪਛਤਾਵਾ ਹੈ। ਇਹ ਉਦੋਂ ਪਛਤਾਵੇ ਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਜਦੋਂ ਸਾਡਾ ਸਮਾਂ ਹੀ ਬੀਤ ਗਿਆ, ਜਦੋਂ ਜੋ ਸਾਡਾ ਘਰ ਹੈ ਨਿਜ ਮਹਿਲ ਥਿਰ ਘਰ ਗੁਰਦੁਆਰਾ, ਉਹ ਗੁਰਦੁਆਰੇ ਦੀ ਪਹਿਚਾਣ ਨਹੀਂ ਕੀਤੀ, ਉਹ ਗੁਰਦੁਆਰੇ 'ਚ ਕਦੇ ਗਏ ਹੀ ਨਹੀਂ। ਫਿਰ ਸਾਨੂੰ ਪਛਤਾਵਾ ਹੁੰਦਾ ਅਤੇ ਫਿਰ ਪਛਤਾਵੇ ਰਹਿ ਜਾਂਦਾ, ਫਿਰ ਮਨ ਰੋਂਦਾ। ਮਹਾਰਾਜ ਕਹਿੰਦੇ ਵੀ ਹੁਣ ਕਿਉਂ ਰੋਣਾ, ਜਦੋਂ ਤੇਰੇ ਕੋਲ ਸਮਾਂ ਸੀ ਤੈਨੂੰ ਉਦੋਂ ਸਮਝਾਉਂਦੇ ਰਹੇ ਬਈ ਤੂੰ ਵੈਰ ਵਿਰੋਧ ਨਾ ਕਰ, ਤੂੰ ਆਪਦਾ ਆਪਣਾ ਆਪਾ ਚੀਨ ਲਾ। ਉਦੋਂ ਤੂੰ ਲੋਭ 'ਚ ਪਿਆ ਰਿਹਾ। ਹੁਣ ਜੀਵ ਲੋਭ ਦੇ ਵਿੱਚ ਪਿਆ ਹੋਇਆ, ਸਮਝਦਾ ਵੀ ਮੈਂ ਸੰਸਾਰ ਦੇ ਵਿੱਚ ਵੱਧ ਤੋਂ ਵੱਧ ਧਨ ਇਕੱਠਾ ਕਰ ਲਾਂ, ਪਦਾਰਥ ਇਕੱਠੇ ਕਰ ਲਾਂ, ਪਰ ਉਹ ਇਹ ਨਹੀਂ ਸਮਝਦਾ ਬਈ ਮੈਂ ਸਿਮਰਨ ਕਰ ਲਾਂ, ਸਤ ਸੰਗਤ ਕਰ ਲਾਂ। ਕੀਤਾ ਨਹੀਂ, ਉਦੋਂ ਤੂੰ ਦੁਬਦਾ ਨੂੰ ਛੱਡਿਆ ਨਹੀਂ। ਹੁਣ ਤੈਨੂੰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ, ਹੁਣ ਤਾਂ ਤੇਰੇ ਪੱਲੇ ਪਛਤਾਵਾ ਹੀ ਹੈ, ਹੁਣ ਕਿਉਂ ਰੋਣਾ। ਮਹਾਰਾਜ ਫਰਮਾਉਂਦੇ ਕਰਨ ਹੋ ਤੋ ਸੋ ਨਾ ਕੀਓ, ਅਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੂਬਤ ਅੰਧ। ਬਈ ਹੁਣ ਤੇਰਾ ਸਮਾਂ ਬੀਤ ਗਿਆ ਅਤੇ ਜਦੋਂ ਸਮਾਂ ਸੀਗਾ ਉਦੋਂ ਤੂੰ ਆਪਣੇ ਆਪੇ ਦੀ ਪਹਿਚਾਣ ਨਾ ਕੀਤੀ। ਜਦੋਂ ਤੂੰ ਮਾਲਕ ਦੇ ਗੁਣ ਗਾ ਸਕਦਾ ਸੀ ਉਦੋਂ ਤੂੰ ਗੁਣ ਗਾਏ ਨਾ। ਹੁਣ ਤੇਰਾ ਸਮਾਂ ਬੀਤ ਗਿਆ ਅਤੇ ਹੁਣ ਤੂੰ ਗਾ ਨਹੀਂ ਸਕਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਦੁਬਦਾ ਨਾ ਕਰੋ, ਵੀ ਦੁਬਦਾ ਦੇ ਵਿੱਚ ਨਾ ਪਾਓ, ਕਿਸੇ ਨਾਲ ਵਿਚਾਰਾਂ ਦਾ ਟਕਰਾਅ ਨਾ ਕਰੋ, ਹਉਮੈ ਹੰਕਾਰ ਤੋਂ ਰਹਿਤ ਰਹੋ। ਇਹ ਹੁਣ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ। ਜੇ ਸਾਡਾ ਮਨ ਨਿਰਮਲ ਹੋਏਗਾ, ਸਾਡੇ ਮਨ ਨੂੰ ਇਹ ਗਿਆਨ ਹਿਰਦੇ 'ਚ ਵਸਿਆ ਹੋਏਗਾ, ਫਿਰ ਇਹ ਗੁਰੂ ਦਾ ਵਚਨ ਮੰਨੇਗਾ। ਜੇ ਹੁਣ ਇਹਦੇ ਹਿਰਦੇ 'ਚ ਗਿਆਨ ਵਸਿਆ ਨਹੀਂ, ਦੁਬਦਾ 'ਚ ਪਿਆ ਹੋਇਆ ਨੂੰ ਦੁਬਦਾ 'ਚ ਚੇਤਾ ਹੀ ਨਹੀਂ ਰਹਿਣਾ, ਇਹਨੂੰ ਭੁੱਲ ਜਾਣਾ ਸਾਰਾ ਕੁਛ। ਇਸ ਵਾਸਤੇ ਫਿਰ ਮਨ ਜਦੋਂ
ਭੁੱਲਦਾ, ਫਿਰ ਹੀ ਇਹ ਮਾਇਆ ਘਰ ਜਾਂਦਾ, ਫਿਰ ਹੀ ਜਾ ਕੇ ਸੌਂਦਾ। ਮਾਇਆ 'ਚ ਸਿਮਰਨ ਵੀ ਕਰਦਾ ਦੁਬਦਾ 'ਚ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਦੁਬਦਾ 'ਚ ਨਾ ਪੜੋ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਸਿਮਰਨ ਨਾ ਕਰੋ, ਦੂਜੇ ਦੀ ਸੇਵਾ ਨਾ ਕਰੋ, ਦੂਜੇ ਨੂੰ ਨਾ ਮੰਨੋ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਅਵਰ ਨਾ ਸੇਵੋ, ਮੜੇ ਮਸਾਨ ਨਾ ਜਾਈ। ਬਈ ਇਹ ਸਭ ਦੂਜੇ ਦੀ ਪੂਜਾ, ਮੜੀਆਂ ਮਸਾਣਾਂ ਦੇ ਵਿੱਚ ਮਟੀ ਦੀ ਪੂਜਾ, ਪੱਥਰ ਦੀ ਪੂਜਾ, ਦਰਖਤ ਦੀ ਪੂਜਾ, ਕਿਸੇ ਪੀਰ ਦੀ ਪੂਜਾ, ਭੂਤਾਂ ਪ੍ਰੇਤਾਂ ਦੀ ਪੂਜਾ, ਦਰਖਤ ਦੀ ਪੂਜਾ, ਇਹ ਸਭ ਦੂਜੇ ਦੀ ਪੂਜਾ। ਕਿਉਂਕਿ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਦੋ ਹੀ ਰਸਤੇ ਨੇ, ਦੋ ਹੀ ਮਾਰਗ ਨੇ, ਲਿਵ ਅਤੇ ਧਾਤ ਦਾ। ਜਿਹਦਾ ਜੀਵ ਲਿਵ ਦੇ ਮਾਰਗ 'ਤੇ ਚੱਲੇ ਹੈ, ਉਹ ਦੁਬਦਾ ਤੋਂ ਉੱਪਰ ਉੱਠਿਆ, ਨਾਮ ਦੇ ਨਾਲ ਜੁੜਿਆ, ਸੱਚ ਦੇ ਸਨਮੁਖ ਹੈ। ਅਤੇ ਜਦੋਂ ਉਹ ਦੇਹ ਛੱਡੇਗਾ, ਉਹ ਸੱਚ ਦੇ ਵਿੱਚ ਲੀਨ ਹੋ ਜਾਏਗਾ, ਮਾਲਕ ਦੇ ਵਿੱਚ ਸਮਾ ਜਾਏਗਾ। ਜੇ ਉਹਨੇ ਨਾਮ ਦਾ ਭੇਦ ਨਹੀਂ ਲਿਆ, ਫਿਰ ਉਹਨੂੰ ਉਹਦੇ ਮੁਤਾਬਕ ਜਿੱਧਰ ਨੂੰ ਧਿਆਨ ਹੈ, ਉਸੇ ਮੁਤਾਬਕ ਉਹਨੂੰ ਕੋਈ ਆਕਾਰ ਦੇ ਦੇਣਗੇ, ਹੋਰ ਜੂਨ ਦੇ ਵਿੱਚ ਚਲਾ ਜਾਏਗਾ। ਵਿਹਲਾ ਨਹੀਂ ਕਿਸੇ ਨੂੰ ਛੱਡਦੇ। ਜਾਂ ਤਾਂ ਹੁਣ ਅਸੀਂ ਪਰਮਾਤਮਾ ਦੇ ਵਿੱਚ ਸਮਾ ਜਾਈਏ, ਜਾਂ ਅਸੀਂ ਕਿਸੇ ਆਕਾਰ 'ਚ ਚਲੇ ਜਾਈਏ। ਵਿਹਲਾ ਨਹੀਂ ਕਿਸੇ ਨੂੰ ਛੱਡਣਗੇ ਬਈ ਉਹ ਆ ਕੇ ਮੈਨੂੰ ਮੰਨੋ, ਮੇਰੀ ਪੂਜਾ ਕਰੋ। ਜੇ ਤੁਸੀਂ ਮੇਰੀ ਪੂਜਾ ਨਹੀਂ ਕਰੋਗੇ ਤਾਂ ਮੈਂ ਤੁਹਾਡਾ ਨੁਕਸਾਨ ਕਰੂੰ। ਇੱਦਾਂ ਨਹੀਂ ਹੈ, ਇਹ ਸਾਨੂੰ ਭਰਮ ਹੈ, ਇਹ ਸਾਨੂੰ ਵਹਿਮ ਨੇ। ਬਈ ਜੇ ਅਸੀਂ ਮੰਨਾਂਗੇ ਨਹੀਂ ਤਾਂ ਪਤਾ ਨਹੀਂ ਸਾਡਾ ਨੁਕਸਾਨ ਹੀ ਨਾ ਹੋ ਜੇ। ਜੇ ਅਸੀਂ ਨਹੀਂ ਮੰਨਾਂਗੇ ਭੂਤਾਂ ਪ੍ਰੇਤਾਂ ਨੂੰ ਤਾਂ ਸਾਡਾ ਨੁਕਸਾਨ ਕਰਨਗੇ। ਜੇ ਅਸੀਂ ਨਹੀਂ ਮੰਨਾਂਗੇ ਵੱਡੇ ਵਡੇਰਿਆਂ ਨੂੰ ਅਤੇ ਸਾਡੇ ਕੰਮ ਕਾਰ ਨਹੀਂ ਚੱਲਣੇ, ਪਤਾ ਨਹੀਂ ਉਹਨਾਂ ਨੇ ਸਾਨੂੰ ਕੀ ਕਰ ਦੇਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਾਡਾ ਮਨ ਕਮਜ਼ੋਰ ਹੋ ਜਾਂਦਾ, ਇਹ ਫਿਰ ਕਮਜ਼ੋਰ ਚਿੱਤ ਦੇ ਲੱਛਣ। ਇਹ ਛੋਟੀ ਛੋਟੀ ਗੱਲ ਤੋਂ ਡਰੀ ਜਾਂਦਾ, ਐਵੇਂ ਵਹਿਮ ਕਰੀ ਜਾਂਦਾ, ਭਰਮ ਕਰੀ ਜਾਂਦਾ। ਵਹਿਮ ਭਰਮ ਦੇ ਵਿੱਚ ਪਿਆ ਹੋਇਆ, ਦੂਜੇ ਦੀ ਪੂਜਾ 'ਤੇ ਲੱਗਿਆ ਹੋਇਆ। ਮਹਾਰਾਜ ਤਾਂਹੀਓ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਰੋਜ਼ ਸਮਝਾਉਂਦੇ ਬਈ ਕੋਈ ਬੁੱਤਾਂ ਦੀ ਪੂਜਾ ਕਰਦਾ, ਕੋਈ ਮਰਿਆਂ ਦੀ ਪੂਜਾ ਕਰਦਾ, ਕੋਈ ਦਰਖਤਾਂ ਦੀ, ਕੋਈ ਪੱਥਰਾਂ ਦੀ ਪੂਜਾ ਕਰਦਾ। ਇਹ ਸਭ ਮਹਾਰਾਜ ਕਹਿੰਦੇ ਕੂੜ ਕਿਰਿਆ। ਮਤਲਬ ਜਿਹਨੂੰ ਜੀਵ ਕਹਿੰਦਾ ਵੀ ਮੈਂ ਬੜੀ ਪੂਜਾ ਕਰਦਾ ਜੀ, ਮੈਂ ਬੜੀ ਮਾਨਤਾ ਕਰਦਾ, ਮੈਂ ਤਾਂ ਕਿਸੇ ਨੂੰ ਗੁੱਸੇ ਨਹੀਂ ਕਰਦਾ, ਮੈਂ ਤਾਂ ਹਰੇਕ ਨੂੰ ਹੀ ਮੰਨਦਾ, ਜਿੱਥੇ ਜਾਈਦਾ ਉੱਥੇ ਹੀ ਮੱਥਾ ਟੇਕ ਆਈ। ਇਹ ਆਪਦੇ ਜਾਣੇ ਦਾ ਜੀਵ ਬੜੀ ਸਿਆਣਪ ਦੀ ਗੱਲ ਕਰਦਾ ਵੀ ਸ਼ਾਇਦ ਵੀ ਮੈਂ ਬੜਾ ਸਿਆਣਾ ਜੀ, ਮੈਂ ਤਾਂ ਕਿਸੇ ਨੂੰ ਗੁੱਸੇ ਹੀ ਨਹੀਂ ਕਰਦਾ। ਇਹ ਅਸਲ ਦੇ ਵਿੱਚ ਹੈ ਸਾਡੀ ਮੂਰਖਤਾ। ਨਾ ਗਿਆਨ ਨਾ ਭੇਦ ਹੋਣ ਕਰਕੇ ਇਹ ਤਾਂ ਮਨ ਦੀ ਅਵਸਥਾ ਬਣਦੀ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਬਈ ਇਹ ਜੋ ਸਾਨੂੰ ਜੀਵਨ ਮਿਲਿਆ ਹੈ, ਮਾਨਸ ਜਾਮਾ, ਇਹ ਸਭ ਤੋਂ ਉੱਤਮ ਹੈ 84 ਲੱਖ ਜੂਨ ਤੋਂ। ਇਹਦੇ ਵਿੱਚ ਸਾਨੂੰ ਸਭ ਤੋਂ ਵੱਧ ਗਿਆਨ, ਸਾਤੋਂ ਜ਼ਿਆਦਾ ਕਿਸੇ ਨੂੰ ਗਿਆਨ ਨਹੀਂ ਹੈ। ਕਿਸੇ ਭੂਤ ਪ੍ਰੇਤਾਂ ਨੂੰ ਜਾਂ ਕਿਸੇ ਦਰਖਤ ਨੂੰ ਜਾਂ ਪੱਥਰਾਂ ਨੂੰ, ਇਹਨਾਂ ਨੂੰ ਆਪਾਂ ਤੋਂ ਵੱਧ ਗਿਆਨ ਨਹੀਂ ਹੈ। ਇਸ ਲਈ ਮਹਾਰਾਜ ਫਿਰ ਸਾਨੂੰ ਸਮਝਾਉਂਦੇ, ਕਹਿੰਦੇ ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਤਰਾਨ ਕੋ ਪੂਜਨ ਧਾਇਓ। ਊਰ ਕਿਰਿਆ ਮੈਂ ਉਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਬਈ ਮਾਲਕ ਦਾ ਭੇਦ ਨਹੀਂ, ਜਿਹੜਾ ਹਾਜ਼ਰ ਨਾਜ਼ਰ ਹੈ, ਜਿਹੜਾ ਹਰ ਥਾਂ 'ਤੇ ਮੌਜੂਦ। ਕੋਈ ਬੁੱਤਾਂ ਦੀ ਪੂਜਾ ਕਰਦਾ, ਕੋਈ ਮਰਿਆਂ ਦੀ, ਮ੍ਰਿਤਕਾਂ ਦੀ, ਕੋਈ ਪਸ਼ੂਆਂ ਦੀ, ਕੋਈ ਦਰਖਤਾਂ ਦੀ, ਕੋਈ ਵੱਡੇ ਵਡੇਰਿਆਂ ਦੀ, ਕੋਈ ਪੀਰਾਂ ਦੀ। ਹੁਣ ਪੀਰ ਹੈ ਜਿਹੜਾ ਮਹਾਰਾਜ ਦੱਸਦੇ ਵੀ ਪੀਰ ਕਹਿੰਦੇ ਕਿਹਨੂੰ।
ਅਸਲ ਦੇ ਵਿੱਚ ਪੀਰ ਹੁੰਦਾ ਹੈ ਜਿਹੜਾ ਪਰਮਾਤਮਾ ਨੂੰ ਮਿਲ ਚੁੱਕੇ। ਉਹ ਮੱਕੇ ਗਏ, ਮੱਕੇ ਜਾ ਕੇ ਜਦੋਂ ਮੱਕੇ ਵੱਲ ਨੂੰ ਪੈਰ ਕਰਕੇ ਸਹੀ ਦੇ ਵਿੱਚ ਲੰਮੇ ਪੈ ਗਏ ਅਤੇ ਉਹ ਕਾਜੀ ਆਇਆ ਅਤੇ ਉਹਨੇ ਆਖਿਆ ਵੀ ਤੂੰ ਕਾਫਰ ਹੈ। ਉਹ ਕਹਿੰਦੇ ਵੀ ਮੈਂ ਕਾਫਰ ਤਾਂ ਨਹੀਂ। ਕਹਿੰਦੇ ਫਿਰ ਤੈਨੂੰ ਪਤਾ ਨਹੀਂ ਵੀ ਇੱਧਰ ਮੱਕੇ ਵੱਲ ਨੂੰ ਪੈਰ ਕਾਹਤੋਂ ਕੀਤੀ। ਉਹ ਕਹਿੰਦੇ ਵੀ ਇੱਧਰ ਕੀ। ਉਹ ਕਹਿੰਦੇ ਵੀ ਇੱਧਰ ਖੁਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਜਿੱਧਰ ਨੂਰ ਨਹੀਂ ਅਤੇ ਉੱਧਰ ਨੂੰ ਦੱਸ ਦੇ, ਮੈਂ ਉੱਧਰ ਨੂੰ ਪੈਰ ਕਰ ਲੈਂਦਾ। ਵੀ ਨੂਰ ਤਾਂ ਹਰ ਪਾਸੇ ਹੀ ਹੈ, ਐਸੀ ਕੋਈ ਥਾਂ ਹੀ ਨਹੀਂ ਜਿੱਥੇ ਨੂਰ ਨਾ ਹੋਵੇ, ਜਿੱਥੇ ਖੁਦਾ ਨਾ ਹੋਵੇ। ਉਹ ਇਹ ਥੋੜ੍ਹੀ ਹੈ ਵੀ ਇੱਕ ਪਾਸੇ ਵੀ ਚੜ੍ਹਦੇ ਵਾਲੇ ਪਾਸੇ ਜਾਂ ਉੱਤਰ ਵਾਲੇ ਪਾਸੇ, ਉਹ ਤਾਂ ਹਰ ਪਾਸੇ ਹੀ ਮੌਜੂਦ ਹੈ। ਫਿਰ ਉੱਥੇ ਜਦੋਂ ਵਿਚਾਰ ਹੋਈ ਨੂਰ 'ਤੇ, ਇਹ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉੱਥੇ ਨੂਰ ਦਾ ਭੇਦ ਦਿੱਤਾ ਜੀਵਾਂ ਨੂੰ ਵੀ ਨੂਰ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨੂਰ ਨਹੀਂ ਹੈ। ਜ਼ਰੇ ਜ਼ਰੇ ਵਿੱਚ ਨੂਰ ਹੈ ਪਰਮਾਤਮਾ ਦਾ। ਜਦੋਂ ਉਹਨਾਂ ਨਾਲ ਵਿਚਾਰ ਹੋਈ ਅਤੇ ਫਿਰ ਉਹਨਾਂ ਨੇ ਮੰਨਿਆ ਵੀ ਉੱਚ ਦਾ ਪੀਰ ਹੈ, ਵੀ ਸਭ ਤੋਂ ਵੱਡਾ ਪੀਰ ਹੈ, ਵੀ ਇਹਨਾਂ ਨੂੰ ਨੂਰ ਦਾ ਭੇਦ ਹੈ। ਇੰਨਾ ਕਿਸੇ ਨੇ ਖੋਲ੍ਹ ਕੇ ਨੂਰ ਦਾ ਭੇਦ ਨਹੀਂ ਦਿੱਤਾ। ਉਹਨਾਂ ਨੇ ਫਿਰ ਆਖਿਆ ਵੀ ਸਭ ਤੋਂ ਵੱਡਾ ਪੀਰ ਹੈ, ਇਸ ਕਰਕੇ ਗੁਰੂ ਸਾਹਿਬਾਨਾਂ ਨੂੰ ਪੀਰ ਆਖਿਆ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ 6ਵੇਂ ਪਾਤਸ਼ਾਹ ਤੱਕ ਉਹਨਾਂ ਨੇ ਪੀਰਾਂ ਦਾ ਨਾਮ ਦਿੱਤਾ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਬੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਇਹ ਸਾਡੇ ਪੀਰ ਨੇ, ਗੁਰੂ ਸਾਹਿਬਾਨ, ਭਗਤ ਜਨ, ਇਹ ਪੀਰ ਹੁੰਦੇ ਜਿਹੜੇ ਪਰਮਾਤਮਾ ਨੂੰ ਮਿਲੇ ਹੁੰਦੇ। ਅਤੇ ਜਿਹੜਾ ਪੀਰ ਹੈ ਉਹ ਕਿਸੇ ਨੂੰ ਕੁਛ ਕਹਿੰਦਾ ਨਹੀਂ। ਉਹ ਪੀਰ ਇਹ ਨਹੀਂ ਕਹਿੰਦਾ ਵੀ ਮੈਨੂੰ ਮੰਨੋ, ਜੇ ਤੁਸੀਂ ਮੈਨੂੰ ਨਹੀਂ ਮੰਨੋਗੇ ਤਾਂ ਮੈਂ ਤੁਹਾਡਾ ਨੁਕਸਾਨ ਕਰੂ। ਉਹ ਪੀਰ ਇੱਦਾਂ ਨਹੀਂ ਕਹਿੰਦੇ। ਆਪਾਂ ਪੀਰ ਇੱਦਾਂ ਕਹਿੰਦੇ ਵੀ ਜਿਹਨੂੰ ਅਸੀਂ ਮੰਨਦੇ ਹਾਂ ਤੁਸੀਂ ਉਹਨੂੰ ਮੰਨੋ, ਜਿਹਦੀ ਅਸੀਂ ਆਰਾਧਨਾ ਕੀਤੀ ਹੈ, ਜਿਹਦੀ ਅਸੀਂ ਬੰਦਗੀ ਕਰਦੇ ਹਾਂ ਪਰਮਾਤਮਾ ਦੀ, ਤੁਸੀਂ ਉਹਨੂੰ ਮੰਨੋ, ਤੁਸੀਂ ਵੀ ਉਹਦੀ ਬੰਦਗੀ ਕਰੋ, ਤੁਸੀਂ ਵੀ ਉਹਦੀ ਭਗਤੀ 'ਤੇ ਲੱਗੋ। ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਆਪਣੇ ਨਾਲ ਨਹੀਂ, ਉਹਨਾਂ ਨੇ ਸਾਨੂੰ ਜਿਹਦੇ ਨਾਲ ਉਹ ਖੁਦ ਜੁੜੇ ਨੇ ਉਹਦੇ ਨਾਲ ਜੋੜੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਜਿਹੜਾ ਮੈਨੂੰ ਪਰਮੇਸ਼ਰ ਆਖੇਗਾ ਵੀ ਉਹ ਨਰਕਾਂ 'ਚ ਜਾਏਗਾ, ਕਿਉਂਕਿ ਮੈਂ ਪਰਮੇਸ਼ਰ ਨਹੀਂ। ਮੈਨੂੰ ਪਰਮੇਸ਼ਰ ਨੇ ਭੇਜਿਆ, ਮੈਂ ਪਰਮੇਸ਼ਰ ਦਾ ਦਾਸ। ਵੀ ਜਦੋਂ ਮੈਂ ਨਹੀਂ ਸੀ ਆਇਆ ਪਰਮੇਸ਼ਰ ਤਾਂ ਉਦੋਂ ਵੀ ਸੀ। ਜਦੋਂ ਸੰਸਾਰ ਦੇ ਵਿੱਚ ਉਹਨਾਂ ਦਾ ਨਹੀਂ ਪ੍ਰਕਾਸ਼ ਸੀ ਹੋਇਆ, ਮਾਲਕ ਤਾਂ ਉਦੋਂ ਵੀ ਮੌਜੂਦ ਸੀ, ਪਰਮਾਤਮਾ ਤਾਂ ਉਦੋਂ ਵੀ ਸੀਗੇ। ਇਸ ਵਾਸਤੇ ਫਿਰ ਉਹ ਕਹਿੰਦੇ ਵੀ ਮੈਂ ਵੀ ਦਾਸ ਹਾਂ ਇਹਦਾ, ਪਰਮੇਸ਼ਰ ਦਾ, ਜਿਹਨੇ ਮੈਨੂੰ ਭੇਜਿਆ ਇਸ ਸੰਸਾਰ ਦੇ ਵਿੱਚ। ਅਤੇ ਮਹਾਰਾਜ ਫਰਮਾਉਂਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਵੀ ਇਹ ਜਗਤ ਦੇ ਵਿੱਚ ਮੈਨੂੰ ਵੀ ਭੇਜਿਆ ਮਾਲਕ ਨੇ, ਉਹਦਾ ਭੇਜਿਆ ਹੋਇਆ ਮੈਂ ਆਇਆ। ਇਸ ਵਾਸਤੇ ਉਹ ਆਪਣੇ ਪੀਰ ਨੇ। ਅਤੇ ਉਹ ਪੀਰ ਆਪਾਂ ਨੂੰ ਇਹ ਨਹੀਂ ਕਹਿੰਦੇ ਵੀ ਜੇ ਤੁਸੀਂ ਸਾਨੂੰ ਨਹੀਂ ਮੰਨੋਗੇ ਤਾਂ ਤੁਹਾਡਾ ਨੁਕਸਾਨ ਕਰਾਂਗੇ, ਤੁਹਾਡਾ ਕੰਮ ਨਹੀਂ ਚੱਲਣ ਦੇਵਾਂਗੇ, ਤੁਹਾਡੇ ਸਰੀਰ ਨੂੰ ਰੋਗ ਲਾ ਦਾਂਗੇ, ਤੁਹਾਨੂੰ ਘਾਟੇ ਪਾ ਦਿਆਂਗੇ। ਉਹ ਇੱਦਾਂ ਨਹੀਂ ਕਹਿੰਦੇ। ਇਹ ਸਿਰਫ ਸਾਡੀ ਮਨਮਤ ਨਾ ਭੇਦ ਹੋਣ ਕਰਕੇ ਉਹ ਆਪੋ ਆਪਣੀ ਮਤ ਦੁਆਰਾ ਅਸੀਂ ਪੀਰ ਬਣਾ ਲਏ। ਹਾਲਾਂਕਿ ਉਸੇ ਹੈ ਕੋਈ ਨਹੀਂ ਹੈ, ਕਿਉਂਕਿ ਜੇ ਉਹ ਪੀਰ ਹੈ ਅਤੇ ਉਹਦਾ ਮਾਲਕ 'ਚ ਸਮਾ ਗਿਆ। ਜਦੋਂ ਉਹਨੇ ਦੇਹ ਛੱਡੀ ਉਹ ਮਾਲਕ ਦਾ ਰੂਪ ਹੋ ਗਿਆ। ਅਤੇ ਜਿਹੜਾ ਮਾਲਕ ਦਾ ਰੂਪ ਹੋ ਗਿਆ ਉਹਨੂੰ ਇਹ ਨਹੀਂ ਹੁੰਦਾ ਵੀ ਮੇਰੀ ਮਾਨਤਾ ਕਰੋ, ਮੈਨੂੰ ਮੰਨੋ। ਇਹ ਹੋ ਕੇ ਉਹਨਾਂ ਦੇ ਅੰਦਰ ਤਾਂ ਇੱਕ ਰੰਚਕ ਮਾਤਰ ਵੀ ਇਹ ਰਹਿੰਦਾ ਹੀ ਨਹੀਂ ਆਪਣਾ ਆਪਾ ਵੀ ਕੋਈ ਸਾਨੂੰ ਮੰਨੇ, ਕੋਈ ਸਾਡੀ ਪੂਜਾ ਕਰੇ। ਉਹ ਤਾਂ ਕਹਿੰਦੇ ਪਰਮੇਸ਼ਰ ਦੀ ਪੂਜਾ ਕਰੋ, ਮਾਲਕ ਨੂੰ ਮੰਨੋ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ
ਵੀ ਤੁਸੀਂ ਪਰਮਾਤਮਾ ਦੀ ਭਗਤੀ ਕਰੋ ਜਿਹੜਾ ਹਰ ਥਾਂ 'ਤੇ ਮੌਜੂਦ ਹੈ, ਅਤੇ ਦੁਬਿਧਾ 'ਚ ਨਾ ਰਹੋ। ਜੇ ਅਸੀਂ ਦੁਬਿਧਾ ਦੇ ਵਿੱਚ ਹੀ ਰਹੇ, ਇਹ ਦੁਬਿਧਾ ਦੀ ਜਿਹੜੀ ਬੇੜੀ ਦੂਜੇ ਦੀ ਸੇਵਾ, ਇਹ ਪੱਥਰ ਦੇ ਨਾਵ ਦੀ ਤਰ੍ਹਾਂ, ਜਿਵੇਂ ਪੱਥਰ ਦੀ ਕਿਸ਼ਤੀ ਹੋਵੇ, ਅਸੀਂ ਉਹਦੇ 'ਤੇ ਚੜ੍ਹ ਜਾਈਏ, ਉਹਨਾਂ ਨੇ ਤਾਂ ਸਾਨੂੰ ਡੋਬ ਹੀ ਦੇਣਾ ਹੈ। ਉਹ ਕਿਸ਼ਤੀ ਵੀ ਆਪ ਵੀ ਡੁੱਬੇਗੀ ਕਿਉਂਕਿ ਪੱਥਰ ਦੀ ਹੈ, ਅਤੇ ਨਾਲ ਜੇ ਅਸੀਂ ਉਹਦੇ 'ਤੇ ਚੜ੍ਹਾਂਗੇ ਅਸੀਂ ਵੀ ਡੁੱਬਾਂਗੇ। ਇਸ ਲਈ ਮਹਾਰਾਜ ਕਹਿੰਦੇ, ਆਵੇ ਤਵੇ ਕੀ ਚਾਕਰੀ ਕਿਉ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜ੍ਹੇ ਪਰ ਨਾਲ ਵਡਾਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਆਵੇ ਤਵੇ ਦੀ ਸੇਵਾ, ਇਹ ਆਵੇ ਤਵੇ ਦੀ ਸੇਵਾ ਦੂਸਰੀ ਜਿਹੜੀ ਜੀਵ ਕਰਦੇ ਨੇ, ਪਰਮਾਤਮਾ ਨੂੰ ਛੱਡ ਕੇ ਦੂਜੇ ਦੀ, ਉਹਨੂੰ ਕਹਿੰਦੇ ਆਵੇ ਤਵੇ ਦੀ ਸੇਵਾ। ਅਤੇ ਇਹ ਸੇਵਾ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਉਂ ਦਰਗਾਹ ਪਾਵੇ, ਇਹਨੂੰ ਦਰਗਾਹ 'ਚ ਕਿਵੇਂ ਥਾਂ ਮਿਲੇਗੀ। ਇਹ ਸੇਵਾ ਕਰਕੇ ਇਹਨੂੰ ਦਰਗਾਹ 'ਚ ਥਾਂ ਨਹੀਂ ਮਿਲ ਸਕਦੀ। ਇਹ ਪੱਥਰ ਦੀ ਬੇੜੀ 'ਤੇ ਸਵਾਰ ਹੈ, ਅਤੇ ਇਹਨੇ ਭਾਰ ਨਾਲ ਹੀ ਡੁੱਬ ਜਾਣਾ। ਇਹ ਡੁੱਬੇਗਾ, ਭਵ ਸਾਗਰ ਤੋਂ ਪਾਰ ਨਹੀਂ ਹੋਏਗਾ, ਡੁੱਬ ਜਾਏਗਾ ਇੱਧਰ ਹੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹਨੇ ਸਾਨੂੰ ਡੋਬ ਹੀ ਲੈਣਾ ਹੈ, ਅਤੇ ਉਹਦੀ ਸੇਵਾ ਕਰਨ ਦਾ ਕੀ ਫਾਇਦਾ ਹੋਇਆ। ਜਿਹਨੇ ਸਾਨੂੰ ਇੱਧਰ ਸੰਸਾਰ ਸਾਗਰ ਤੋਂ ਮੁਕਤ ਹੀ ਨਹੀਂ ਕਰਾਉਣਾ, ਸਾਨੂੰ ਪਾਰ ਹੀ ਨਹੀਂ ਕਰਾਉਣਾ, ਅਤੇ ਉਹ ਸੇਵਾ ਦਾ ਸਾਨੂੰ ਕੀ ਫਾਇਦਾ ਹੋਇਆ, ਕੀ ਸਾਨੂੰ ਫਲ ਹੋਇਆ ਜੇ ਅਸੀਂ ਭਵ ਸਾਗਰ ਦੇ ਵਿੱਚ ਹੀ ਡੁੱਬਣਾ, ਜੇ ਅਸੀਂ ਦੁਬਾਰਾ ਵਾਪਸ ਜੂਨਾਂ 'ਚ ਹੀ ਜਾਣਾ। ਇਸ ਕਰਕੇ ਫਿਰ ਸਤਿਗੁਰੂ ਸਮਝਾਉਂਦੇ ਬਈ ਸੇਵਾ ਉਹਦੀ ਕੀਤੀ ਜਾਂਦੀ ਜਿਹਨੂੰ ਸਭ ਤੋਂ ਵੱਧ ਗਿਆਨ ਹੋਵੇ। ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹਨਾਂ ਨੂੰ ਸੀਸ ਝੁਕਾਉਂਦੇ ਹਾਂ। ਕਿਉਂ ਝੁਕਾਉਂਦੇ ਹਾਂ? ਕਿਉਂਕਿ ਇਹ ਆਪਾਂ ਨੂੰ ਗਿਆਨ ਦਿੰਦੇ, ਸਾਨੂੰ ਉਪਦੇਸ਼ ਦਿੰਦੇ। ਜੋ ਉਪਦੇਸ਼ ਸਾਨੂੰ ਦੇ ਰਹੇ ਸਤਿਗੁਰੂ, ਉਹਦੀ ਸਾਨੂੰ ਸਮਝ ਨਹੀਂ ਹੁੰਦੀ, ਸਾਨੂੰ ਭੇਤ ਨਹੀਂ ਹੁੰਦਾ, ਤਾਂ ਕਰਕੇ ਫਿਰ ਆਪਾਂ ਸਤਿਕਾਰ ਕਰਦੇ ਹਾਂ ਵੀ ਸਾਨੂੰ ਸਾਡੇ ਜੀਵਨ ਦੀ ਜਾਂਚ ਦੱਸ। ਹੁਣ ਜੇ ਕੋਈ ਜੀਵ ਪੱਥਰ ਦੀ ਪੂਜਾ ਕਰਦਾ, ਕੋਈ ਮਟੀ ਦੀ ਪੂਜਾ ਕਰਦਾ, ਉਹ ਮਟੀ ਆਪਾਂ ਨੂੰ ਕੀ ਉਪਦੇਸ਼ ਦਿਓ? 4 ਇੱਟਾਂ ਲੱਗੀਆਂ ਹੋਈਆਂ ਉੱਥੇ, ਉਹ ਆਪਾਂ ਨੂੰ ਕੀ ਦੱਸੂ? ਉਹ ਆਪਾਂ ਨੂੰ ਗਿਆਨ ਦੇ ਸਕਦੀ ਕੋਈ? ਉਹ ਇੱਟਾਂ 'ਚ ਆਪਣੇ ਨਾਲੋਂ ਵੱਧ ਗਿਆਨ? ਜਾਂ ਕੋਈ ਉਹ ਦਰਖਤ ਦੀ ਜੀਵ ਪੂਜਾ ਕਰਦਾ, ਉਹ ਦਰਖਤ ਨੂੰ ਆਪਾਂ ਤੋਂ ਵੱਧ ਥੋੜ੍ਹੀ ਗਿਆਨ। ਦਰਖਤ ਇੱਕ ਜੂਨ ਹੈ, ਜੂਨ ਵੀ ਐਸੀ ਹੈ ਵੀ ਉਹ ਆਪਦਾ ਬਚਾਅ ਨਹੀਂ ਕਰ ਸਕਦਾ, ਇੱਕ ਥਾਂ ਤੋਂ ਦੂਜੇ ਥਾਂ 'ਤੇ ਭੱਜ ਨਹੀਂ ਸਕਦਾ। ਹੁਣ ਜਦੋਂ ਜੀਵ ਨੂੰ ਦਰਖਤ ਨੂੰ ਵੱਢਦਾ ਹੈ, ਤਕਲੀਫ ਤਾਂ ਉਹਨੂੰ ਵੀ ਹੁੰਦੀ, ਜਿੰਨਾ ਕੁ ਗਿਆਨ ਹੈ ਉਹਨਾਂ ਕੋਲ ਦੁੱਖ ਮਹਿਸੂਸ ਕਰੇਗਾ, ਪਰ ਉਹ ਕਿਸੇ ਪਾਸੇ ਹਿੱਲ ਨਹੀਂ ਸਕਦਾ, ਭੱਜ ਨਹੀਂ ਸਕਦਾ। ਦੁੱਖ ਤਾਂ ਹੋਏਗਾ, ਰੋਏਗਾ, ਪਰ ਉੱਥੇ ਦੁੱਖ ਸੁਣਨ ਵਾਲਾ ਕੋਈ ਹੋਰ ਹੈ ਨਹੀਂ ਹੈ ਜਿਹੜਾ ਉਹਦੀ ਤਕਲੀਫ ਨੂੰ ਜਾਣੇ। ਜਿਵੇਂ ਇੱਕ ਕੀੜਾ ਹੈ, ਉਹ ਜਿਹੜੇ ਕਾਲੇ ਕੀੜੇ ਹੁੰਦੇ, ਉਹਨਾਂ ਦਾ ਦੁੱਖ ਸਮਝਦਾ। ਜਿਵੇਂ ਜੀਵ ਜਦੋਂ ਇਕੱਠੇ ਰਹਿੰਦੇ, ਉਹਨਾਂ ਦਾ ਪਿਆਰ ਪੈ ਜਾਂਦਾ, ਇੱਕ ਥਾਂ 'ਤੇ ਰਹਿੰਦੇ। ਉਹ ਜਿਹੜਾ ਕੀੜਾ ਹੈ, ਉਹਨੂੰ ਭਵਿੱਖ ਦਾ ਵੀ ਗਿਆਨ ਹੁੰਦਾ, ਆਉਣ ਵਾਲੇ ਸਮੇਂ ਦਾ, ਅਤੇ ਉਹਨੂੰ ਭਵਿੱਖ ਦਾ ਵੀ ਗਿਆਨ ਹੈ, ਅਤੇ ਉਹਦੀ ਵੀ ਭਾਸ਼ਾ ਸਮਝਦਾ। ਜਦੋਂ ਹੁਣ ਉਹਨੂੰ ਕੱਟਦੇ, ਉਹਨੂੰ ਤਕਲੀਫ ਹੁੰਦੀ, ਦੁੱਖ ਹੁੰਦਾ, ਉਹ ਫਿਰ ਉੱਥੇ ਜਾਂਦਾ ਵੀ ਸਾਡਾ ਸੰਗੀ ਹੈ, ਵੀ ਇਹਨੂੰ ਕੀ ਹੋ ਗਿਆ, ਕਾਹਤੋਂ ਇੰਨਾ ਰੋਂਦਾ, ਕਾਹਤੋਂ ਇੰਨਾ ਵਿਰਾਗ ਕਰਦਾ। ਉਹ ਫਿਰ ਜਦੋਂ ਪਤਾ ਲੈ ਕੇ ਆਉਂਦਾ, ਉਹ ਫਿਰ ਸਾਰਿਆਂ ਨੂੰ ਦੱਸਦਾ, ਅਤੇ ਉਹ ਫਿਰ ਲਾਈਨ ਹੀ ਬੰਨ੍ਹ ਲੈਂਦੇ, ਉਹ ਸਾਰੇ ਜਾਈ ਜਾਂਦੇ ਜਿੱਥੇ ਉਹਨੂੰ ਵੱਢਿਆ, ਉਹਦਾ ਪਤਾ ਲੈ ਕੇ ਹਮਦਰਦੀ ਜ਼ਾਹਰ ਕਰ 'ਚ। ਹਰ ਕੁਛ ਕਰ ਨਹੀਂ ਸਕਦੇ, ਸਿਰਫ ਇਹ ਮਾਨਸ ਜਾਮੇ 'ਚ ਹੀ ਆਪਾਂ ਨੂੰ ਸਭ ਤੋਂ ਵੱਧ ਗਿਆਨ ਹੈ। ਹੁਣ ਉਹ ਇਹ ਨਹੀਂ ਬਈ ਉਹਨੂੰ ਡਾਕਟਰ ਕੋਲ ਲੈ ਜਾਣ, ਉਹਨੂੰ ਕੋਈ ਦਵਾਈ ਬੂਟੀ ਦਵਾ ਦੇਣਾ, ਇਹ ਸਿਰਫ ਆਪਾਂ ਨੂੰ ਹੀ ਹੈ ਮਾਨਸ ਜਾਮੇ ਵਿੱਚ। ਇਹ ਸੁੱਖ ਸਹੂਲਤਾਂ ਸਭ ਤੋਂ ਵੱਧ
ਉਹਨਾਂ ਨੂੰ ਇੰਨਾ ਗਿਆਨ ਨਹੀਂ ਹੈ, ਇੰਨਾ ਭੇਤ ਨਹੀਂ ਹੈ, ਇੰਨਾ ਉਹਨਾਂ ਨੂੰ ਸੁੱਖ ਸਹੂਲਤਾਂ ਨਹੀਂ ਹੈ ਉਹਦੇ ਵਿੱਚ। ਹੁਣ ਦੇਖੋ ਵੀ ਜਿਹੜਾ ਆਪਦਾ ਬਚਾਅ ਨਹੀਂ ਕਰ ਸਕਦਾ, ਉਹ ਦਰਖਤ ਹੈ ਇੱਕ, ਤੇ ਉਹਨੂੰ ਆਪਾਂ ਤੋਂ ਵੱਧ ਗਿਆਨ ਥੋੜ੍ਹੀ ਆ ਅਸੀਂ ਉਹਨੂੰ ਮੰਨੀਏ, ਉਹਦੀ ਪੂਜਾ ਕਰੀਏ। ਫਿਰ ਇਸੇ ਤਰ੍ਹਾਂ ਹੀ ਭੂਤ ਪ੍ਰੇਤ ਇਹ ਇੱਕ ਜੁਨਾ ਨੇ। ਭੂਤ ਪ੍ਰੇਤ ਨੇ ਜਿਹੜੇ ਇਹ ਸੂਖਮ ਆਕਾਰ ਹੁੰਦੇ, ਜਿਵੇਂ ਆਪਾਂ ਨੂੰ ਇਹ ਸਰੀਰ ਮਿਲਿਆ ਦ੍ਰਿਸ਼ਟਮਾਨ, ਉਹਨਾਂ ਦੇ ਸੂਖਮ ਆਕਾਰ ਹੁੰਦੇ ਨੇ। ਉਹਨਾਂ ਦੀ ਜਿਹੜੀ ਖੁਰਾਕ ਹੈ ਪੌਣ ਹਾਰੀ ਹੁੰਦੀ, ਪੌਣ ਭਖਦੇ, ਪਰ ਉਹ ਆਪਾਂ ਨੂੰ ਕਹਿ ਨਹੀਂ ਸਕਦੇ ਕੁਛ। ਜੇ ਆਪਾਂ ਆਖੀਏ ਵੀ ਉਹ ਸਾਨੂੰ ਭੂਤ ਪ੍ਰੇਤ ਕੁਛ ਆਖਣਗੇ, ਉਹ ਆਪਾਂ ਨੂੰ ਕੁਛ ਨਹੀਂ ਕਹਿ ਸਕਦੇ, ਉਹ ਆਪਣੇ ਵਿੱਚ ਦੀ ਲੰਘ ਜਾਣਗੇ। ਜਿਹੜਾ ਮਨਮੁਖ ਹੈ ਉਹਦੇ ਤਾਂ ਉੱਦਾਂ ਵੀ ਨਹੀਂ ਨੇੜੇ ਆਉਂਦੇ, ਕਿਉਂਕਿ ਮਾਨਸ ਜਾਮੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਗਿਆਨ ਹੋਣ ਕਰਕੇ ਸਭ ਤੋਂ ਜ਼ਿਆਦਾ ਤਾਕਤਵਰ ਹੈ ਇਹ ਮਾਨਸ ਜਾਮਾ। ਇਹ ਮਾਨਸ ਜਾਮੇ ਵਿੱਚ ਜਿਹੜੇ ਮਨਮੁਖ ਨੇ ਉਹ ਖੁਦ ਪ੍ਰੇਤ ਬਣੇ ਹੁੰਦੇ। ਜਿਹੜਾ ਮਾਨਸ ਜਾਮੇ 'ਚ ਪ੍ਰੇਤ ਬਣ ਗਿਆ ਅਤੇ ਜਿਹੜੇ ਦੂਸਰੇ ਸੂਖਮ ਭੂਤ ਪ੍ਰੇਤ ਨੇ ਉਹਦੇ ਨੇੜੇ ਵੀ ਨਹੀਂ ਆਉਂਦੇ। ਉਹਨਾਂ ਨੂੰ ਪਤਾ ਹੈ ਵੀ ਇਹ ਸਾਤੋਂ ਵੀ ਭੈੜਾ ਹੋਇਆ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚਰਨਕਾਲ ਪਾਈ ਦੁਰਲੰਭ ਦੇ, ਨਾਮ ਬਿਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ। ਵੀ ਜਿਹੜੇ ਨਾਮ ਦੇ ਨਾਲ ਨਹੀਂ ਜੁੜੇ ਹੋਏ, ਜਿਨ੍ਹਾਂ ਨੇ ਸੱਚ ਦੀ ਨਹੀਂ ਪਹਿਚਾਣ ਕੀਤੀ, ਉਹ ਪਸ਼ੂਆਂ ਤੇ ਇਹ ਪ੍ਰੇਤਾਂ ਤੋਂ ਵੀ ਭੈੜੇ ਨੇ। ਉਹ ਤਾਂ ਕਰਕੇ ਫਿਰ ਜਿਹੜੇ ਉਹ ਇੱਕ ਤਾਂ ਇਹ ਜੂਨ ਇਹ ਭੂਤ ਪ੍ਰੇਤ, ਅਤੇ ਇੱਕ ਮਾਨਸ ਜਾਮੇ ਵਿੱਚ ਹੁੰਦਾ ਹੋਇਆ ਪ੍ਰੇਤ ਬਣ ਗਿਆ। ਉਹ ਫਿਰ ਉਹਦੇ ਨੇੜੇ ਨਹੀਂ ਆਉਂਦੇ, ਉਹ ਸਮਝਦੇ ਵੀ ਇਹ ਪ੍ਰੇਤ ਬਣਿਆ ਹੋਇਆ, ਸਾਡਾ ਕੋਈ ਨੁਕਸਾਨ ਹੀ ਨਾ ਕਰ ਦੇਵੇ, ਉਹ ਤੋਂ ਦੂਰ ਭੱਜ ਜਾਂਦੇ ਸੀ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਭੂਤ ਪ੍ਰੇਤ ਜਿਹੜੇ ਉਹ ਕਰੋੜਾਂ ਦੀ ਗਿਣਤੀ 'ਚ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਰਗਾਚ, ਕਰੋੜਾਂ ਹੀ। ਪਰ ਉਹ ਆਪਾਂ ਨੂੰ ਕਹਿੰਦੇ ਕੁਛ ਨਹੀਂ, ਉਹ ਇੱਕ ਵੱਖਰੀ ਜੂਨ ਹੈ। ਜਿਵੇਂ ਆਪਾਂ ਚੱਲਦੇ ਫਿਰਦੇ ਹਾਂ, ਵੈਸੇ ਤਾਂ ਆਕਾਸ਼ ਲੋਕ 'ਚ ਰਹਿੰਦੇ, ਇੱਥੇ ਖਾਲੀ ਖਲਾ 'ਚ ਧਰਤੀ 'ਤੇ ਵੀ ਆ ਜਾਂਦੀ। ਜਦੋਂ ਆਪਾਂ ਤੁਰਦੇ ਫਿਰਦੇ ਹਾਂ ਉਹ ਆਪਣੇ ਵਿੱਚ ਦੀ ਲੰਘ ਜਾਂਦੇ, ਕਹਿੰਦੇ ਕੁਛ ਨਹੀਂ। ਜਿਵੇਂ ਆਪਣੇ ਸਰੀਰ 'ਤੇ ਮੱਖੀ ਹੈ, ਮੱਖੀਆਂ ਬੈਠ ਜਾਂਦੀਆਂ, ਬਸ ਇੰਨੇ ਇੱਦਾਂ ਹੀ ਆ। ਜਿਵੇਂ ਮੱਖੀ ਨਾਲ ਲੱਗ ਜਾਂਦੀ ਆਪਣੇ, ਇਹ ਕਿਹੜਾ ਆਪਾਂ ਨੂੰ ਕੁਛ ਕਹਿੰਦੀ। ਇਸੇ ਤਰ੍ਹਾਂ ਹੀ ਭੂਤ ਪ੍ਰੇਤ ਨੇ, ਜੇ ਆਪਣੇ ਨਾਲ ਲੱਗ ਵੀ ਜਾਣਗੇ ਉਹਨਾਂ ਨੇ ਆਪਾਂ ਨੂੰ ਕੀ ਕਹਿਣਾ, ਕੁਛ ਵੀ ਨਹੀਂ ਕਹਿੰਦੇ ਆਪਾਂ ਨੂੰ, ਕੁਛ ਉਹ ਕਹਿ ਹੀ ਨਹੀਂ ਸਕਦੇ ਆਪਾਂ ਨੂੰ। ਔੜੇ ਅਗਿਆਨਤਾ ਦੇ ਵਿੱਚ ਜੀਵ ਉਹਨਾਂ ਨੂੰ ਮੰਨਦਾ, ਆਪ ਪ੍ਰੇਤ ਬਣਿਆ ਹੋਇਆ, ਉਹਨਾਂ ਤੋਂ ਡਰੀ ਜਾਂਦਾ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਬਈ ਇਹ ਸਭ ਦੂਜੇ ਦੀ ਪੂਜਾ। ਜਿਵੇਂ ਕਹਿੰਦੇ ਵੀਰ ਵਾਰ ਵੀਰ ਭਰਮ ਭੁਲਾਏ, ਭੂਤ ਪ੍ਰੇਤ ਸਭ ਦੂਜੇ ਲਾਏ। ਵੀ ਜਿਵੇਂ ਵੀਰਵਾਰ ਨੂੰ ਜੀਵ ਕਹਿੰਦੇ ਵੀ ਅਸੀਂ ਪੀਰਾਂ ਦੀ ਪੂਜਾ ਕਰਨੀ ਜੀ, ਇਹ ਦਿਨ ਵੀ ਵੰਡੇ ਹੋਏ ਨੇ ਇਹਨਾਂ ਨੇ। ਬਈ ਦੌਦਾ ਦੇ ਵਿੱਚ ਪਿਆ ਹੋਇਆਂ ਨੇ ਦਿਨਾਂ ਦੀ ਵੀ ਵੰਡ ਕੀਤੀ ਹੈ, ਵੀ ਆਹ ਦਿਨ ਸਾਡਾ, ਆਹ ਦਿਨ ਫਲਾਣੇ ਦਾ, ਆਹ ਦਿਨ ਉਹਦਾ, ਆਹ ਦਿਨ ਇਹਨੂੰ ਮੰਨਣਾ, ਉਹ ਦਿਨ ਉਹਨੂੰ ਮੰਨਣਾ। ਇਹ ਸਭ ਦੂਜਾ ਹੈ ਭਰਮ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾਂ ਨੂੰ ਸਾਰੇ ਦਿਨ ਚੰਗੇ, ਸਾਰੇ ਵਾਰ ਚੰਗੇ, ਸਾਰੇ ਮੁਹੂਰਤ ਚੰਗੇ ਉਹਨਾਂ ਦੇ, ਜਿਹੜੇ ਨਾਮ ਦੇ ਨਾਲ ਜੁੜੇ, ਜਿਹੜੇ ਮਾਲਕ ਦੀ ਅਰਾਧਨਾ ਕਰਦੇ। ਇਸ ਵਾਸਤੇ ਕਹਿੰਦੇ ਸਗਨ ਅਪ ਸਗਨ ਤਿੰਨ ਕੋ ਲਗੇ, ਹਰ ਨਾਮ ਨਾ ਜਿੰਨਾ ਪਾਸ। ਵੀ ਇਹ ਜਿਹੜਾ ਕਹਿੰਦੇ ਨਾ ਵੀ ਆ ਚੰਗਾ ਮਾੜਾ, ਉਹ ਜਿਵੇਂ ਅੱਜ ਉਹ ਕਿਸੇ ਗੁਰਮੁਖਾਂ ਦਾ ਫੋਨ ਆਇਆ ਅਤੇ ਉਹ ਕਹਿੰਦੇ ਵੀ ਸਾਡੇ ਉਹ ਵਹਿਮ ਬੜਾ ਕਰਦੇ, ਵੀ ਕਹਿੰਦੇ ਜੀ ਆ ਹੁਣ ਪੌਣ ਆ ਗਈ, ਵੀ ਪੌਣਾ ਹੋਇਆ ਅਤੇ ਹੁਣ ਆਹ ਕੰਮ ਨਹੀਂ ਕਰਨਾ। ਵੀ ਇਹ ਠੀਕ ਹੈ ਜੀ, ਇਹ ਕਰਨਾ ਚਾਹੀਦਾ। ਵੀ ਅੱਜ ਜਿਵੇਂ ਆਪਾਂ ਕਹਿੰਦੇ ਨਾ ਵੀ ਪੌਣੇ ਇੰਨੇ ਵੱਜ ਗਏ ਜੀ, ਇਹ ਪੌਣ ਦੇ ਵਿੱਚ ਚੱਲਣਾ ਨਹੀਂ, ਬਾਹਰ ਨਹੀਂ ਜਾਣਾ, ਜਾਂ ਕੰਮ ਕਰਨ ਲੱਗੇ ਆ ਕੰਮ ਨਹੀਂ ਕਰਨਾ। ਅਤੇ ਇਹ ਸਭ ਵਹਿਮ ਭਰਮ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ
ਬਈ ਜਦੋਂ ਆਪਾਂ ਸਿਮਰਨ ਕਰਾਂਗੇ ਇਹਨਾਂ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਜਾਵਾਂਗੇ। ਜੇ ਨਹੀਂ ਕਰਦੇ ਫਿਰ ਇਹਨਾਂ ਵਹਿਮਾਂ ਭਰਮਾਂ 'ਚ ਹੀ ਪਏ ਰਹਿੰਦੇ। ਆਹ ਦਿਨ ਚੰਗਾ, ਆਹ ਦਿਨ ਮਾੜਾ, ਆਹ ਦਿਨ ਆਹ ਕੰਮ ਕਰਨਾ, ਆਹ ਦਿਨ ਆਹ ਕੰਮ ਨਹੀਂ ਕਰਨਾ। ਇਹ ਮਹਾਰਾਜ ਕਹਿੰਦੇ ਮਹਾਂ ਦਿਵਸ ਮੂਰਤ ਭਲੀ, ਵੀ ਗੁਰਮੁਖਾਂ ਵਾਸਤੇ ਸਾਰੇ ਦਿਨ, ਸਾਰੇ ਮਹੂਰਤ, ਸਭ ਕੁਛ ਹੀ ਭਲਾ ਹੈ। ਜਦੋਂ ਸਾਨੂੰ ਮਾਲਕ ਚੇਤੇ ਹੈ ਤੇ ਉਹੀਓ ਘੜੀ ਸੁਲੱਖਣੀ, ਉਹੀਓ ਸਮਾਂ ਚੰਗਾ, ਉਹੀਓ ਦਿਨ ਚੰਗਾ। ਜੇ ਸਾਨੂੰ ਪਰਮਾਤਮਾ ਹੀ ਭੁੱਲਿਆ ਇਹ ਉਹ ਦਿਨ ਵੀ ਮਾੜਾ, ਉਹ ਰੁੱਤ ਵੀ ਮਾੜੀ, ਉਹ ਸਾਰਾ ਕੁਛ ਹੀ ਮਾੜਾ। ਮਹਾਰਾਜ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ, ਜਿਸ ਪ੍ਰਭਾਵੀ ਚਿੱਤ, ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਬਈ ਜੇ ਸਾਨੂੰ ਮਾਲਕ ਹੀ ਵਿਸਰਿਆ ਪਰਮਾਤਮਾ ਹੀ, ਅਤੇ ਅਸੀਂ ਜਿੰਨਾ ਮਰਜ਼ੀ ਆਖੀਏ ਵੀ ਆਹ ਦਿਨ ਬੜਾ ਚੰਗਾ ਜੀ, ਆਹ ਦਿਨ ਕੰਮ ਕਰ ਲਓ, ਆਹ ਵੀ ਆਹ ਦਿਨ ਚੰਗਾ, ਅਤੇ ਜੇ ਪਰਮਾਤਮਾ ਹੀ ਭੁੱਲਿਆ ਤਾਂ ਉਹ ਤਾਂ ਮਾੜਾ ਹੀ ਮਾੜਾ। ਜੇ ਪਰਮਾਤਮਾ ਯਾਦ ਹੈ ਤਾਂ ਫਿਰ ਕੁਛ ਵੀ ਨਹੀਂ ਮਾੜਾ, ਪਰ ਸਾਰਾ ਕੁਛ ਹੀ ਚੰਗਾ, ਸਾਰਾ ਕੁਛ ਹੀ ਭਲਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਦੁਵਿਧਾ 'ਚ ਨਾ ਰਹੋ। ਇਹ ਸਭ ਦੁਵਿਧਾ ਹੈ, ਇਹ ਜਿਹੜੇ ਭਰਮ ਨੇ ਇਹ ਅਸੀਂ ਦੁਵਿਧਾ ਦੇ ਵਿੱਚ ਵਹਿਮ ਭਰਮ ਕਰਦੇ। ਅਤੇ ਸਤਿਗੁਰੂ ਆਪਣੇ ਵਹਿਮ ਭਰਮ ਦੂਰ ਕਰਦੇ। ਮਹਾਰਾਜ ਕਹਿੰਦੇ ਭਰਮ ਕੇ ਪੜਦੇ ਸਤਿਗੁਰ ਖੋਲ੍ਹੇ। ਬਈ ਸਤਿਗੁਰੂ ਸਾਡੇ ਭਰਮ ਦੇ ਪੜਦੇ ਚੱਕ ਦਿੰਦੇ, ਸਾਨੂੰ ਕੋਈ ਭਰਮ ਰਹਿਣ ਹੀ ਨਹੀਂ ਦਿੰਦੇ। ਸਾਡੇ ਭਰਮ, ਸਾਡੇ ਸ਼ੰਕੇ ਨਿਵਰਤ ਕਰ ਦਿੰਦੇ। ਆਪਾਂ ਨੂੰ ਬੜਾ ਸੌਖਾ ਕਰਕੇ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਸਮਝਾਏ। ਜੇ ਅਸੀਂ ਸਮਝਣ ਦਾ ਯਤਨ ਕਰੀਏ, ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਬੜਾ ਸੌਖਾ ਹੈ। ਜੇ ਅਸੀਂ ਮੰਨੀਏ ਨਾ ਤਾਂ ਫਿਰ ਔਖਾ। ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ ਫਿਰ ਸਾਨੂੰ ਔਖਾ, ਕਿਉਂਕਿ ਦੇਖੋ ਵੀ ਪੂਜਾ ਦੂਜੇ ਦੀ ਕਰਨੀ ਕਿੰਨੀ ਔਖੀ ਹੈ, ਅਤੇ ਮਾਲਕ ਦੀ ਤਾਂ ਸੌਖੀ ਸੌਖੀ ਵੀ ਐਸੀ ਕੋਈ ਥਾਂ ਨਹੀਂ ਪਰਮਾਤਮਾ ਜਿੱਥੇ ਨਾ ਹੋਵੇ, ਅਤੇ ਕਿੰਨਾ ਸੌਖਾ ਹੈ। ਸਾਨੂੰ ਕਦੇ ਚੱਲ ਕੇ ਜਾਣ ਦੀ ਲੋੜ ਨਹੀਂ। ਇਹ ਨਹੀਂ ਵੀ ਅਸੀਂ ਕਦੇ ਖਰਚਾ ਕਰਕੇ ਬਹੁਤ ਦੂਰ ਜਾਣਾ, ਵੀ ਉੱਥੇ ਜਾਵਾਂਗੇ ਅਤੇ ਉੱਥੇ ਜਾ ਕੇ ਹੀ ਅਸੀਂ ਅਰਦਾਸ ਕਰਾਂਗੇ, ਉੱਥੇ ਜਾ ਕੇ ਹੀ ਅਸੀਂ ਭਗਤੀ ਕਰਾਂਗੇ। ਜਿੱਥੇ ਬੈਠੇ ਹਾਂ ਇੱਥੇ ਹੀ ਹਾਜ਼ਰ। ਮਹਾਰਾਜ ਤਾਈਓ ਕਹਿੰਦੇ ਹਾਜ਼ਰਾ ਹਜ਼ੂਰ ਹੈ, ਜ਼ਾਹਰ ਜ਼ਹੂਰ, ਸਦਾ ਹੀ ਹਾਜ਼ਰ ਮਾਲਕ, ਸਦਾ ਹੀ ਸਾਡੇ ਹਜ਼ੂਰ, ਸਦਾ ਹੀ ਸਾਡੇ ਨੇੜੇ। ਆਈਆਂ ਭਗਤਾਂ ਨੇ ਆਖਿਆ ਊਹਾਂ ਤੋਂ ਜਾਈਏ ਜਾਂ ਇਹਾਂ ਨਾ ਹੋਈ, ਵੀ ਮੈਂ ਕਿਤੇ ਚੱਲ ਕੇ ਤਾਂ ਜਾਵਾਂ ਸਪੈਸ਼ਲ, ਵੀ ਜੇ ਤੂੰ ਇੱਥੇ ਨਾ ਹੋਵੇਂ। ਤੂੰ ਤਾਂ ਹਰ ਥਾਂ 'ਤੇ ਹੀ ਹੈ, ਮੈਂ ਜਿੱਥੇ ਵੀ ਹਾਂ ਤੂੰ ਉੱਥੇ ਹੀ ਮੌਜੂਦ। ਅਤੇ ਇਸ ਕਰਕੇ ਆਪਾਂ ਜਿੱਥੇ ਵੀ ਜਾਵਾਂਗੇ ਉੱਥੇ ਹੀ ਉਹਦੀ ਸੇਵਾ ਕਰ ਸਕਦੇ। ਮਹਾਰਾਜ ਕਹਿੰਦੇ ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ, ਤੁਮ ਸਾਵਰ ਨਾਹੀ ਕੋ ਦੇਵਾ। ਬਈ ਤੇਰੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ, ਵੀ ਜਿਹੜਾ ਹਰ ਥਾਂ 'ਤੇ ਮੌਜੂਦ ਹੋਵੇ। ਤੂੰ ਹਰ ਥਾਂ 'ਤੇ ਮੌਜੂਦ ਹੈ, ਅਤੇ ਜਿੱਥੇ ਵੀ ਜਾਈਏ ਉੱਥੇ ਤੇਰੀ ਸੇਵਾ ਕਰ ਸਕਦੇ। ਇਸ ਵਾਸਤੇ ਫਿਰ ਮਾਲਕ ਪਰਮਾਤਮਾ ਆਪਣੇ ਅੰਦਰ ਵੀ ਅੱਖਾਂ ਬੰਦ ਕਰੀਏ ਅਤੇ ਅੰਦਰ ਵੀ ਹੈ, ਅਤੇ ਅੱਖਾਂ ਖੋਲ੍ਹੀਏ ਅਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਐਸੀ ਕੋਈ ਥਾਂ ਹੀ ਨਹੀਂ ਜਿੱਥੇ ਨਾ ਹੋਵੇ। ਆਈਓ ਮਾਰੇ ਫਰਮਾਉਂਦੇ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੀਓ। ਬਈ ਤੂੰ ਸਿਰਜਣਹਾਰ, ਤੂੰ ਹਰ ਥਾਂ 'ਤੇ ਮੌਜੂਦ। ਐਸੀ ਕੋਈ ਥਾਂ ਹੀ ਨਹੀਂ ਜਿੱਥੇ ਤੂੰ ਨਾ ਹੋਵੇਂ। ਅਤੇ ਇਸ ਵਾਸਤੇ ਜਿਹੜਾ ਹਰ ਥਾਂ 'ਤੇ ਮੌਜੂਦ ਹੈ ਮਾਲਕ, ਅਤੇ ਅਸੀਂ ਉਹਦੇ ਸਨਮੁਖ ਹੋਈਏ। ਜਦੋਂ ਅਸੀਂ ਉਹਦੇ ਸਨਮੁਖ ਹੋਵਾਂਗੇ ਉਹ ਇੱਧਰ ਵੀ ਸਾਡੇ ਨਾਲ ਹੈ, ਅਸੀਂ ਜਿੱਥੇ ਵੀ ਮਰਜ਼ੀ ਦੇਹ ਛੱਡੀਏ। ਕਿਉਂਕਿ ਅੰਤ ਸਮਾਂ ਕੋਈ ਪਤਾ ਨਹੀਂ ਕਿੱਦਾਂ ਦਾ ਆਉਣਾ। ਜਿਵੇਂ ਅੱਗੇ ਪੁਰਾਣੇ ਸਮੇਂ 'ਚ ਜੀਵ ਕੀ ਕਰਦੇ ਸੀ, ਬਈ ਤੀਰਥਾਂ ਨੂੰ ਚਲੇ ਜਾਂਦੇ ਸੀ। ਬਈ ਅੰਤ ਸਮਾਂ ਜਿਹੜਾ ਉਹ ਤੀਰਥ 'ਤੇ ਬਿਤਾਵਾਂਗੇ ਅਤੇ ਉੱਥੇ ਜਾ ਕੇ ਦੇਹ ਛੱਡਾਂਗੇ, ਅਤੇ ਜਦੋਂ ਤੀਰਥ 'ਤੇ ਦੇਹ ਛੱਡਾਂਗੇ ਤਾਂ ਮੁਕਤ ਹੋ ਜਾਵਾਂਗੇ। ਪਰ ਇੱਦਾਂ ਕੋਈ ਮੁਕਤ ਨਹੀਂ ਹੁੰਦਾ। ਅਸੀਂ ਜੇ ਆਖੀਏ ਵੀ ਅਸੀਂ ਜਾ ਕੇ ਤੀਰਥ 'ਤੇ ਦੇਹ ਛੱਡ ਦਈਏ ਅਤੇ ਅਸੀਂ ਮੁਕਤ ਹੋ ਜਾਵਾਂਗੇ, ਅਸੀਂ ਮੁਕਤ ਨਹੀਂ ਹੋ ਸਕਦੇ।
ਮਹਾਰਾਜ ਕਹਿੰਦੇ ਮਨ ਕਾਮਨਾ ਕੀ ਤੀਰਥ ਦੇ ਛੂਟੇ, ਗਰਭ ਗਮਾਨ ਨਾ ਮਨ ਤੇ ਹੂਟੇ। ਵੀ ਉਹ ਗਰਭ ਜਿਹੜਾ ਹਉਮੈ ਹੰਕਾਰ ਉਹ ਤਾਂ ਅੰਦਰੋਂ ਜਾਂਦਾ ਹੀ ਨਾ, ਉਹ ਤੀਰਥਾਂ 'ਤੇ ਜਾ ਕੇ ਜਾਵੇ। ਜਿਹੜੇ ਤੀਰਥਾਂ 'ਤੇ ਰਹਿੰਦੇ ਉਹਨਾਂ ਦੇ ਅੰਦਰ ਵਾਧੂ ਹੈ। ਆਪਾਂ ਤਾਂ ਆਖੀਏ ਵੀ ਅਸੀਂ ਤੀਰਥ 'ਤੇ ਚਲੇ ਜਾਵਾਂਗੇ, ਜਿਹੜੇ ਤੀਰਥਾਂ 'ਤੇ ਰਹਿੰਦੇ ਵੀ ਹੈ ਜੇ ਉਹ ਨਾਮ ਦੇ ਨਾਲ ਨਹੀਂ ਜੁੜੇ ਤੇ ਉਹਨਾਂ ਦੇ ਅੰਦਰੋਂ ਵੀ ਨਹੀਂ ਹਉਮੈ ਹੰਕਾਰ ਦਾ ਨਾਸ ਹੁੰਦਾ, ਉਹਨਾਂ ਦੇ ਅੰਦਰੋਂ ਵੀ ਨਹੀਂ ਦੌੜਦਾ ਜਾਂਦੀ। ਨਾ ਦੌੜਦਾ ਜਾਣ ਕਰਕੇ ਤੇ ਉਹ ਵੀ ਲੜਦੇ ਆਪਸ ਵਿੱਚ, ਉਹ ਵੀ ਵੈਰ ਵਿਰੋਧ ਕਰਦੇ, ਉਹ ਵੀ ਇੱਕ ਦੂਸਰੇ ਨੂੰ ਮਾੜੇ ਵਚਨ ਫਿੱਕਿਆ ਬੋਲਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਤੀਰਥ ਜਿਹੜਾ ਉਹ ਸਾਡੇ ਅੰਦਰ ਹੈ ਨਾਮ। ਜਦੋਂ ਅਸੀਂ ਅੰਦਰੋਂ ਨਾਮ ਦੇ ਨਾਲ ਜੁੜਾਂਗੇ ਉਹ ਹਰ ਥਾਂ 'ਤੇ ਮੌਜੂਦ ਹੈ। ਅਸੀਂ ਜਿੱਥੇ ਵੀ ਦੇਹ ਛੱਡੀਏ ਉੱਥੇ ਹੀ ਸਾਡੇ ਨਾਲ ਹੈ, ਮਾਲਕ ਵੀ ਅਤੇ ਨਾਮ ਵੀ। ਜਿਵੇਂ ਅੱਗੇ ਪੁਰਾਤਨ ਸਮੇਂ ਵਿੱਚ ਵਿਦਵਾਨਾਂ ਨੇ, ਜਿਹੜੇ ਬ੍ਰਾਹਮਣ ਸੀ, ਭਗਤਾਂ ਦੇ ਸਮੇਂ ਉਹਨਾਂ ਨੇ ਇਹ ਗੱਲ ਪ੍ਰਚਲਿਤ ਕੀਤੀ ਸੀ ਵੀ ਜਿਹੜਾ ਕਾਸ਼ੀ ਦੇ ਵਿੱਚ ਦੇਹ ਛੱਡਦਾ ਹੈ ਉਹ ਮੁਕਤ ਹੋ ਜਾਂਦਾ। ਵੀ ਜਿਹੜਾ ਵੀ ਜੀਵ ਕਾਸ਼ੀ 'ਚ ਆਏਗਾ, ਜਿਵੇਂ ਜੀਵ ਕੀ ਕਰਦੇ, ਜਦੋਂ ਦੇਖਦੇ ਵੀ ਬਜ਼ੁਰਗ ਹੋ ਗਏ, ਬੱਚੇ ਵੱਡੇ ਹੋ ਗਏ, ਉਹ ਜਾ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਕਾਸ਼ੀ ਦੇ ਵਿੱਚ। ਅਤੇ ਬਾਬਾ ਕਬੀਰ ਜੀ ਕਾਸ਼ੀ ਦੇ ਵਿੱਚ ਰਹੇ। ਅਤੇ ਇੱਕ ਗਾਉਂ ਹੈ ਪਿੰਡ ਮਗਹਰ, ਜਿਹੜਾ ਉੱਥੇ ਦੇਹ ਛੱਡਦਾ ਉਹ ਗੱਲ ਪ੍ਰਚਲਿਤ ਸੀ ਵੀ ਉਹ ਨਰਕਾਂ ਨੂੰ ਜਾਂਦਾ। ਬਾਬਾ ਕਬੀਰ ਜੀ ਸਾਰੀ ਉਮਰ ਤਾਂ ਉੱਥੇ ਕਾਸ਼ੀ 'ਚ ਰਹੇ। ਜਦੋਂ ਉਹਨਾਂ ਨੇ ਦੇਹ ਛੱਡਣੀ ਸੀ ਉੱਥੇ ਮਗਹਰ ਚਲੇ ਗਏ, ਜੀਵਾਂ ਦਾ ਭਰਮ ਦੂਰ ਕਰਨ ਵਾਸਤੇ। ਵੀ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਉਹਦੇ ਵਾਸਤੇ ਕਾਸ਼ੀ ਅਤੇ ਮਗਹਰ ਇੱਕੋ ਜਿਹੀ ਹੈ। ਉਹ ਜਿੱਥੇ ਮਰਜ਼ੀ ਦੇਹ ਛੱਡੇ ਉਹਨੇ ਪਰਮਾਤਮਾ 'ਚ ਹੀ ਸਮਾਉਣਾ, ਉਹਨੇ ਮਾਲਕ ਦੇ ਵਿੱਚ ਹੀ ਲੀਨ ਹੋਣਾ। ਉਹ ਜਿੱਥੇ ਮਰਜ਼ੀ ਦੇਹ ਛੱਡੇਗਾ ਗੁਰਮੁਖ। ਅਤੇ ਜਿਹੜਾ ਅੰਦਰੋਂ ਨਾਮ ਦੇ ਨਾਲ ਜੁੜਿਆ ਨਹੀਂ, ਜਿਹਨੇ ਸੱਚ ਦੀ ਅਰਾਧਨਾ ਨਹੀਂ ਕੀਤੀ, ਉਹ ਚਾਹੇ ਕਾਸ਼ੀ 'ਚ ਦੇਹ ਛੱਡੇ, ਉਹ ਚਾਹੇ ਤੀਰਥਾਂ 'ਤੇ ਜਾ ਕੇ ਦੇਹ ਛੱਡੇ, ਉਹਨੇ ਫਿਰ ਵੀ ਨਹੀਂ ਮੁਕਤ ਹੋਣਾ। ਉਹਨੇ ਜਾਣਾ ਫਿਰ ਵੀ ਜੂਨਾਂ ਦੇ ਵਿੱਚ ਹੀ, ਕਿਉਂਕਿ ਉਹ ਅੰਦਰੋਂ ਨਾਮ ਦੇ ਨਾਲ ਜੁੜਿਆ। ਨਾਮ ਤੋਂ ਬਿਨਾਂ ਜੀਵ ਮੁਕਤ ਹੋ ਨਹੀਂ ਸਕਦਾ। ਇਸ ਲਈ ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਵੀ ਨਾਮ ਤੋਂ ਬਿਨਾਂ ਕਿਸੇ ਨੂੰ ਪਰਮ ਗਤੀ ਜਿਹੜੀ ਉਹ ਪ੍ਰਾਪਤ ਨਹੀਂ ਹੁੰਦੀ, ਕੋਈ ਮੁਕਤ ਨਹੀਂ ਹੁੰਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਅੰਤ ਸਮਾਂ ਆਪਣਾ ਵੀ ਪਤਾ ਨਹੀਂ ਕਿਹੋ ਜਿਹਾ ਆਉਣਾ ਅਤੇ ਅਸੀਂ ਕਿੱਥੇ ਦੇਹ ਛੱਡਣੀ, ਕੀ ਕਾਰਨ ਬਣਨਾ ਹੈ। ਕਾਰਨ ਮਾਲਕ ਦੇ ਵੱਸ ਹੈ, ਕਾਰਨ ਕਰਤੇ ਵੱਸ ਹੈ। ਹੁਣ ਕੀ ਕਾਰਨ ਬਣਨਾ, ਆਪਾਂ ਕਿੱਥੇ ਦੇਹ ਛੱਡਣੀ ਆ, ਇਹ ਕੋਈ ਪਤਾ ਨਹੀਂ। ਹੁਣ ਜੇ ਸਾਡੇ ਹਿਰਦੇ 'ਚ ਮਾਲਕ ਵਸਿਆ ਹੋਏਗਾ, ਅਸੀਂ ਪਰਮਾਤਮਾ ਦੀ ਸੇਵਾ ਕਰਦੇ ਹੋਵਾਂਗੇ ਅਤੇ ਆਪਾਂ ਜਿੱਥੇ ਮਰਜ਼ੀ ਦੇਹ ਛੱਡੀਏ ਅਸੀਂ ਮਾਲਕ ਦੇ ਵਿੱਚ ਹੀ ਸਮਾਵਾਂਗੇ, ਕਿਉਂਕਿ ਉਹ ਮਾਲਕ ਹਰ ਥਾਂ 'ਤੇ ਮੌਜੂਦ ਹੈ। ਜਿੱਥੇ ਆਪਾਂ ਦੇਹ ਛੱਡਾਂਗੇ ਉੱਥੇ ਹੀ ਮੌਜੂਦ ਹੈ, ਉੱਥੇ ਹੀ ਹਾਜ਼ਰ। ਭਾਈਆਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਅੰਤ ਸਮਾਂ ਕੋਈ ਪਤਾ ਨਹੀਂ ਕਿੱਦਾਂ ਦਾ ਆਉਣਾ। ਕਿਆ ਜਾਣਾ ਕਿਬ ਮਰੇਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬਈ ਜੇ ਅਸੀਂ ਪਰਮਾਤਮਾ ਦੇ ਸਨਮੁਖ ਹਾਂ, ਜੇ ਅਸੀਂ ਮਾਲਕ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਸੌਖਾ ਮਰਨਾ, ਕਿਉਂਕਿ ਉੱਥੇ ਮਾਲਕ ਸਾਡੇ ਨਾਲ ਹੈ, ਉਹ ਸਦਾ ਹੀ ਸਾਡੇ ਅੰਗ ਸੰਗ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹਦੀ ਸੇਵਾ ਕਰੋ, ਮਾਲਕ ਦੀ, ਉਹਦੇ ਸਨਮੁਖ ਹੋਵੋ, ਪਰਮਾਤਮਾ ਦੇ, ਜਿਹੜਾ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਸਾਡੀ ਪਾਲਣਾ ਪੋਸ਼ਣਾ ਕਰਦਾ ਹੈ। ਉਹਦਾ ਸਿਮਰਨ ਕਰੋ ਜਿਹੜਾ ਹਰ ਥਾਂ 'ਤੇ ਮੌਜੂਦ ਸੀ। ਵੀ ਜਿਹੜਾ ਆਪ ਹੀ ਜੰਮਣ ਮਰਨ 'ਚ ਉਹਦਾ ਕੀ ਸਿਮਰਨ ਕਰਨਾ, ਉਹਨੂੰ ਕੀ ਮੰਨਣਾ। ਉਹਨੂੰ ਮੰਨੋ ਜਿਹੜਾ ਆਪ ਜਨਮ ਮਰਨ ਤੋਂ ਰਹਿਤ ਹੈ। ਅਤੇ ਜਦੋਂ ਅਸੀਂ ਉਹਨੂੰ ਮੰਨਾਂਗੇ, ਉਹਦੀ ਸੇਵਾ ਕਰਾਂਗੇ, ਉਹ ਸਾਨੂੰ ਵੀ ਜਨਮ ਮਰਨ ਤੋਂ ਰਹਿਤ ਕਰਦੀ। ਇਸ ਲਈ ਫਿਰ ਕਹਿੰਦੇ ਵੀ ਜਿਹੜਾ ਹਰ ਥਾਂ 'ਤੇ ਜਲ ਦੇ ਵਿੱਚ, ਥਲ ਦੇ ਵਿੱਚ ਹੈ, ਉਹਨੂੰ ਸਿਮਰੋ।
ਜਿਹੜਾ ਜੰਮਦਾ ਮਰਦਾ ਉਹਨੂੰ ਨਾ ਸਿਮਰੋ, ਦੂਜੇ ਨੂੰ ਨਾ ਸਿਮਰੋ, ਦੂਜੇ ਦੀ ਪੂਜਾ ਨਾ ਕਰੋ। ਇਸ ਵਾਸਤੇ ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਇੱਕ ਦੀ ਪੂਜਾ ਦੱਸੀ ਆ, ਮਾਲਕ ਦੀ। ਜੋ ਆਪਾਂ ਪੜ੍ਹਦੇ ਇੱਕ ਓਅੰਕਾਰ ਵੀ ਇੱਕ ਮਾਲਕ, ਇਹ ਆਕਾਰ ਦੇ ਵਿੱਚ ਅੱਗੇ ਇਹ ਪ੍ਰਗਟ ਹੋਇਆ। ਹੁਣ ਆਪਾਂ ਇੱਕ ਤੋਂ ਆਕਾਰ ਦੇ ਵਿੱਚ ਆ ਗਏ, ਹੁਣ ਅਸੀਂ ਇਹ ਆਕਾਰ ਨੂੰ ਛੱਡ ਕੇ ਵਾਪਸ ਉਹ ਇੱਕ ਦੇ ਵਿੱਚ ਸਮਾਉਣਾ, ਉਹਦੇ ਵਿੱਚ ਲੀਨ ਹੋਣਾ। ਅਤੇ ਉਹਦੇ ਵਿੱਚ ਲੀਨ ਹੋਣ ਵਾਸਤੇ ਆਪਾਂ ਨੂੰ ਫਿਰ ਇਹ ਸਿਮਰਨ ਅਭਿਆਸ ਦੱਸਦੇ ਵੀ ਸਿਮਰਨ ਕਰਕੇ ਮਨ ਵਿਚਾਰਾਂ ਤੋਂ ਰਹਿਤ ਕਰਨਾ, ਔਰਨਿਆਂ ਤੋਂ ਰਹਿਤ ਕਰਨਾ। ਜਦੋਂ ਮਨ ਸਾਡਾ ਵਿਚਾਰਾਂ ਤੋਂ ਰਹਿਤ ਹੋ ਗਿਆ ਅਤੇ ਫਿਰ ਸਾਨੂੰ ਮਾਲਕ ਹੀ ਮਾਲਕ ਦਿਸੇਗਾ। ਇਹ ਵਿਚਾਰ ਹੀ ਪੜ੍ਹਦਾ ਹੈ, ਵਿਚਾਰਾਂ ਦੇ ਵਿੱਚ ਹੀ ਸਾਨੂੰ ਪਰਮਾਤਮਾ ਦਿਸਦਾ। ਇਹ ਵਿਚਾਰਾਂ ਨੂੰ ਹੀ ਕੂੜ ਦੀ ਪਾਲ ਕਹਿੰਦੇ, ਇਹਨੂੰ ਭਰਮ ਦਾ ਪੜਦਾ, ਇਹਨੂੰ ਕਾਲ ਦਾ ਜਾਲ ਕਹਿੰਦੇ। ਇਹ ਵਿਚਾਰ ਹੀ ਸਾਡੇ ਅਤੇ ਮਾਲਕ ਦੇ ਦਰਮਿਆਨ ਇਹ ਪੜਦਾ ਹੈ। ਜਦੋਂ ਇਹ ਵਿਚਾਰ ਹਟ ਗਏ ਅਤੇ ਪੜਦਾ ਹਟ ਗਿਆ, ਸਾਨੂੰ ਫਿਰ ਮਾਲਕ ਹੀ ਦਿਸਣਾ, ਬਾਹਰ ਵੀ ਦਿਸੇਗਾ, ਅੰਦਰ ਵੀ ਦਿਸੇਗਾ। ਜਦ ਤੱਕ ਇਹ ਵਿਚਾਰ ਨੇ ਵਿੱਚ ਪੜਦਾ ਹੈ ਅਤੇ ਉਹ ਪੜਦਾ ਹੋਣ ਕਰਕੇ ਸਾਨੂੰ ਦਿਸਦਾ ਨਹੀਂ, ਸਾਨੂੰ ਦਿਖਾਈ ਨਹੀਂ ਦਿੰਦਾ। ਇਸੇ ਵਰਤਾਈ ਫਿਰ ਮਹਾਰਾਜ ਕਹਿੰਦੇ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਵੀ ਅਸੀਂ ਕਿਵੇਂ ਸਚਿਆਰ ਹੋਈਏ, ਕੂੜ ਦੀ ਪਾਲ ਕਿਵੇਂ ਟੁੱਟੇ। ਇਹ ਉਹਦੇ ਵਾਸਤੇ ਫਿਰ ਕਹਿੰਦੇ ਵੀ ਇਹ ਸਿਮਰਨ ਕਰੋ, ਸਿਮਰਨ ਕਰਕੇ ਇਹ ਕੂੜ ਦੀ ਪਾਲ ਨੂੰ ਤੋੜ ਦਿਓ। ਆਹੋ ਹੁਣ ਕਿਵੇਂ ਅਸੀਂ ਇਹ ਵਿਚਾਰਾਂ ਦੀ ਦੀਵਾਰ ਨੂੰ ਤੋੜਨਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 Guru
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਆਪ ਗੁਰਮੁਖ ਪਿਆਰਿਓ ਇਸ ਤਰੀਕੇ ਨਾਲ ਅਭਿਆਸ ਕਰਦੇ ਹਾਂ, ਇਹ ਜਿਹੜੇ ਫਿਰ ਵਿਚਾਰ ਫਰਨੇ ਇਹ ਆਪਣੇ ਰੁਕਦੇ ਨਹੀਂ। ਜਿਉਂ ਜਿਉਂ ਸਾਡੇ ਵਿਚਾਰ ਰੁਕਣਗੇ ਸਾਡੇ ਮਨ ਦੇ ਵਿੱਚ ਆਤਮ ਬਲ ਆਏਗਾ। ਜਿਉਂ ਜਿਉਂ ਇਹਦੇ ਵਿੱਚ ਆਤਮ ਬਲ ਆਏਗਾ ਫਿਰ ਇਹਨੂੰ ਗਿਆਨ ਹੁੰਦਾ ਜਾਂਦਾ, ਫਿਰ ਇਹ ਕਮਜ਼ੋਰ ਨਹੀਂ ਰਹਿੰਦਾ, ਫਿਰ ਇਹ ਨਿਰਬਲ ਨਹੀਂ ਰਹਿੰਦਾ। ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਕਿਹਨੂੰ ਮੰਨਣਾ, ਇਹਨੂੰ ਮੈਂ ਨਹੀਂ ਮੰਨਣਾ। ਫਿਰ ਇਹ ਭਰਮ ਦੇ ਵਿੱਚ ਨਹੀਂ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਵੱਧ ਤੋਂ ਵੱਧ ਇਹ ਸਿਮਰਨ ਕਰੋ, ਅਭਿਆਸ ਕਰੋ। ਇਹਦੇ ਨਾਲ ਹੀ ਸਾਡੇ ਮਨ ਨੂੰ ਬਲ ਮਿਲਣਾ, ਇਹਦੇ ਨਾਲ ਹੀ ਸਾਡੇ ਮਨ ਦੀ ਮੈਲ ਉਤਰ। ਜਿਉਂ ਜਿਉਂ ਮਨ ਦੀ ਮੈਲ ਉਤਰੇਗੀ ਮਨ ਨਿਰਮਲ ਹੋਏਗਾ। ਜਿਉਂ ਜਿਉਂ ਮਨ ਨਿਰਮਲ ਹੋਏਗਾ ਤੇ ਉਹਦੇ ਉਹਨੂੰ ਆਪਣੇ ਆਪੇ ਦਾ ਭੇਦ ਆਏਗਾ, ਇਹਨੂੰ ਆਪਣੇ ਆਪੇ ਦੀ ਸੋਝੀ ਆਏਗੀ, ਫਿਰ ਸਾਨੂੰ ਆਪਣੇ ਆਪੇ ਦੀ ਪਹਿਚਾਣ ਆਏਗੀ। ਸਾਡਾ ਮਨ ਦੁਵਿਧਾ ਤੋਂ ਪਿੱਛੇ ਹਟਦਾ ਜਾਏਗਾ। ਇਸ ਵਾਸਤੇ ਹੁਣ ਇਹ ਮਨ ਨੂੰ ਸ਼ੁੱਧ ਕਰਨਾ ਵੀ ਜਿਹੜੀ ਇਹ ਮਨ 'ਤੇ ਮੈਲ ਲੱਗਦੀ ਦੁਵਿਧਾ ਦੀ, ਬੈਰ ਵਿਰੋਧ ਦੀ, ਨਿੰਦਿਆ ਚੁਗਲੀ ਦੀ, ਹਉਮੈ ਹੰਕਾਰ ਦੀ, ਇਹ ਤੋਂ ਆਪਾਂ ਮਨ ਨੂੰ ਰਹਿਤ ਕਰਨਾ। ਅਤੇ ਉਹਦੇ ਵਾਸਤੇ ਫਿਰ ਇਹ ਸਤਸੰਗ ਅਤੇ ਸਿਮਰਨ, ਜਿਉਂ ਜਿਉਂ ਆਪਾਂ ਸਿਮਰਨ ਕਰਾਂਗੇ, ਸਤਸੰਗਤ ਕਰਾਂਗੇ, ਸਤਸੰਗ 'ਚ ਜੋ ਆਪਾਂ ਨੂੰ ਗਿਆਨ ਦਿੱਤਾ ਜਾਂਦਾ ਇਹੋ ਗਿਆਨ ਨੂੰ ਆਪਾਂ ਕਮਾਉਣਾ ਹੁੰਦਾ। ਇਹ ਨਹੀਂ ਵੀ ਆਪਾਂ ਹੁਣ ਇੱਥੇ ਆਏ ਸੁਣਿਆ ਅਤੇ ਇੱਥੇ ਛੱਡ ਗਏ। ਇਹਨੂੰ ਬਾਹਰ ਜਾ ਕੇ ਮੰਨਣਾ, ਪਰਿਵਾਰਾਂ 'ਚ, ਘਰਾਂ ਦੇ ਵਿੱਚ। ਜਿਵੇਂ ਹੁਣ ਬੱਚਾ ਸਕੂਲ ਆਉਂਦਾ ਹੈ, ਉਹਨੂੰ ਸਕੂਲ ਜੋ ਪੜ੍ਹਾਇਆ ਜਾਂਦਾ ਇਹ ਥੋੜ੍ਹੀ ਵੀ ਉਹ ਸਕੂਲ 'ਚ ਹੀ ਛੱਡਿਆ ਆਉਂਦਾ। ਉਹਨੇ ਘਰੇ ਆ ਕੇ ਵੀ ਪੜ੍ਹਨਾ ਅਤੇ ਫਿਰ ਹੀ ਉਹਨੇ ਪਾਸ ਹੋਣਾ। ਇਸੇ ਤਰ੍ਹਾਂ ਹੀ ਹੁਣ ਇਹ ਬ੍ਰਹਮ ਵਿਦਿਆ ਹੈ, ਇਹ ਆਪਣੀ ਕਲਾਸ ਹੈ ਜੋ ਆਪਾਂ ਲਾਉਂਦੇ ਹਾਂ। ਅਤੇ ਇੱਥੇ ਜੋ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਉਹਨੂੰ ਆਪਾਂ ਸਮਝ ਕੇ ਉਹਨੂੰ ਬਾਅਦ 'ਚੋਂ ਅਮਲ ਦੇ ਵਿੱਚ ਲੈ ਕੇ ਆਉਣਾ, ਉਹਦੇ 'ਤੇ ਅਮਲ ਕਰਨਾ, ਉਹਨੂੰ ਕਮਾਉਣਾ। ਸਿਮਰਨ ਅਭਿਆਸ ਅਸੀਂ ਕਰਦੇ ਰਹਿਣਾ। ਜਦੋਂ ਕਰਦੇ ਰਹਾਂਗੇ ਤਾਂ ਸਾਡਾ ਮਨ ਸਹਿਜ ਵਿੱਚ ਰਹੇਗਾ, ਇਹਦੇ ਅੰਦਰ ਬਲ ਬਣਿਆ ਰਹੇਗਾ। ਅਤੇ ਨਾਲ ਨਾਲ ਇਹ ਜੋ ਰੀਤਾਂ ਦੱਸਦੇ ਰੀਤਾਂ ਰੱਖਣੀ, ਕੋਸ਼ਿਸ਼ ਕਰਨੀ ਵੀ ਇਹ ਵੈਰ ਵਿਰੋਧ ਤੋਂ ਅਸੀਂ ਬਚੀਏ। ਉਹ ਜੀਵ ਦਾ ਸੰਗ ਹੀ ਨਾ ਕਰੀਏ ਜਿਹਦੇ ਅੰਦਰ ਵੈਰ ਵਿਰੋਧ, ਈਰਖਾ, ਨਫ਼ਰਤ, ਮਨਮੁਖ ਕਹਿੰਦੇ ਉਹਨੂੰ, ਸਾਖਤ ਕਹਿੰਦੇ। ਮਹਾਰਾਜ ਦਾ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ। ਕਿਉਂਕਿ ਸਾਖਤ ਨੇ ਤਾਂ ਗੱਲ ਹੀ ਦੁਵਿਧਾ ਦੀ ਕਰਨੀ। ਉਹਨੇ ਕੋਈ ਇਹ ਨਹੀਂ ਵੀ ਮਾਲਕ ਦੇ ਸੋਲੇ ਗਾਉਣੇ ਆਪਣੇ ਕੋਲ ਆ ਕੇ, ਉਹਨੇ ਤਾਂ ਗੱਲ ਹੀ ਵੈਰ ਵਿਰੋਧ ਦੀ ਕਰਨੀ, ਉਹਨੇ ਦੁਵਿਧਾ ਦੀ ਵੀ ਗੱਲ ਕਰਨੀ, ਉਹਨੇ ਈਰਖਾ ਨਫ਼ਰਤ ਦੀ ਵੀ ਗੱਲ ਕਰਨੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਖਤ ਹੈ ਜਿਹੜਾ ਉਹ ਇੱਦਾਂ ਹੈ ਜਿਵੇਂ ਕੇਲੇ ਦੇ ਨੇੜੇ ਬੇਰੀ ਹੁੰਦੀ ਹੈ। ਕੇਲਾ ਬਿਹਾਰ ਦੇ ਵਿੱਚ ਝੂਲਦਾ ਹੈ ਅਤੇ ਉਹ ਬੇਰੀ ਉਹਦੇ ਪੱਤੇ ਚੀਰਦੀ, ਕੰਡੇ ਨੇ ਉਹਦੇ ਅੰਦਰ। ਕਬੀਰ ਸਾਖਤ ਐਸਾ ਹੈ ਕੇਲੇ ਨਿਕਟ ਜਿਉਂ ਬੇਰ,
ਉਹ ਝੂਲੇ ਉਹ ਚੀਰੀਏ, ਸਾਖਤ ਸੰਗ ਨਾ ਹੇਰ। ਇਹ ਸਾਖਤਾਂ ਨੇ ਆਪਾਂ ਨੂੰ ਚੀਰਨਾ ਹੀ ਹੈ। ਜੇ ਇਹਨਾਂ ਤੋਂ ਤੁਸੀਂ ਆਖੋਗੇ ਵੀ ਇਹ ਚੰਗੀ ਗੱਲ ਕਰਨਗੇ, ਇਹਨਾਂ ਨੇ ਪਿਆਰ ਦੀ ਗੱਲ ਨਹੀਂ ਕਰਨੀ, ਇਹਨਾਂ ਨੇ ਚੀਰਨ ਵਾਲੀ ਗੱਲ ਕਰਨੀ। ਇਹਨਾਂ ਨੇ ਉਹ ਸ਼ਬਦ ਬੋਲਣੇ ਬੈਰ ਵਿਰੋਧ ਵਾਲੇ, ਜਿਹਦੇ ਨਾਲ ਸਾਡੇ ਮਨ ਨੂੰ ਇਹਨਾਂ ਨੇ ਹੋਰ ਦੁਬਿਧਾ ਦੇ ਵਿੱਚ ਪਾ ਦੇਣਾ। ਇਹਨਾਂ ਨੇ ਸਾਡੇ ਮਨ ਨੂੰ ਹੋਰ ਅਸ਼ਾਂਤ, ਹੋਰ ਦੁਖੀ ਕਰ ਦੇਣਾ। ਇਸ ਵਾਸਤੇ ਜਿਹਨੇ ਆਪਾਂ ਨੂੰ ਦੁਖੀ ਹੋਈ ਕਰਨਾ ਹੈ, ਅਤੇ ਉਦੋਂ ਦਾ ਫਿਰ ਕਿਨਾਰਾ ਹੀ ਚੰਗਾ ਹੈ, ਉਹਦਾ ਪਾਸਾ ਹੀ ਚੰਗਾ ਹੈ। ਇਸ ਕਰਕੇ ਫਿਰ ਹੁਣ ਆਪਾਂ ਸੰਸਾਰ ਦੇ ਵਿੱਚ ਸਭ ਤੋਂ ਦਾ ਕਿਨਾਰਾ ਕਰ ਨਹੀਂ ਸਕਦੇ, ਕਿਉਂਕਿ ਇਸ ਜੀਵਾਂ ਦੀ ਗਿਣਤੀ ਜ਼ਿਆਦਾ ਹੈ, ਅਤੇ ਜਿਹੜੇ ਸਿਮਰਨ ਭਗਤੀ ਵਾਲੇ ਉਹ ਵਿਰਲੇ ਵਿਰਲੇ ਨੇ, ਸੋੜੇ ਨੇ। ਮਾਰੇ ਕਹਿੰਦੇ ਜੱਗ ਮੇ ਉੱਤਮ ਕਾਢੀਏ ਵਿਰਲੇ ਕਈ ਕੇ। ਹੁਣ ਆਪਾਂ ਫਿਰ ਆਪਦਾ ਹੀ ਬਚਾਅ ਕਰਨਾ, ਆਪਦਾ ਰੱਖਿਆ ਚੱਕਰ ਬਣਾਉਣਾ, ਕਿਸੇ ਨੂੰ ਨਹੀਂ ਕਹਿਣਾ ਕੁਛ, ਆਪਦਾ ਹੀ ਬਚਾਅ ਕਰਨਾ। ਕਿਉਂਕਿ ਜੇ ਉਹਨੂੰ ਆਖਾਂਗੇ ਉਹ ਤਾਂ ਵੀ ਬੁਰਾ ਮੰਨਣਾ, ਜੇ ਉਹਨੂੰ ਆਪਾਂ ਚੰਗੀ ਗੱਲ ਵੀ ਆਖਾਂਗੇ ਤਾਂ ਉਹਨੇ ਤਾਂ ਵੀ ਗੁੱਸਾ ਕਰਨਾ, ਉਹਨੇ ਤਾਂ ਵੀ ਆਪਾਂ ਨੂੰ ਫਿੱਕਾ ਹੀ ਬੋਲਣਾ। ਉਹਨੂੰ ਨਹੀਂ ਪਤਾ ਵੀ ਉਹਦੇ ਭਲੇ ਵਾਸਤੇ ਕਹਿ ਰਹੇ, ਕਿਉਂਕਿ ਦੁਬਿਧਾ 'ਚ ਪਿਆ ਹੋਇਆ, ਵੈਰ ਵਿਰੋਧ 'ਚ ਪਿਆ, ਹੰਕਾਰੀ ਹੋਇਆ ਹੋਇਆ। ਇਸ ਵਾਸਤੇ ਮਹਾਰਾਜ ਕਹਿੰਦੇ ਤਾਂ ਆਪੋ ਆਪਣਾ ਵੀ ਅਸੀਂ ਆਪਣਾ ਆਪਾਂ ਹੀ ਬਚਾਅ ਕਰਨਾ। ਜੇ ਅਸੀਂ ਆਪਦੇ ਮਨ ਨੂੰ ਜਿੱਤ ਲਿਆ ਅਤੇ ਸਮਝ ਲਓ ਆਪਾਂ ਜੱਗ ਹੀ ਜਿੱਤ ਲਿਆ। ਮਨ ਜੀਤੇ ਜੱਗ ਜੀਤ। ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਜੀਵਨ ਦਾ ਅਸਲ ਮਕਸਦ ਹੈ ਪਰਮਾਤਮਾ ਨੂੰ ਮਿਲਣਾ, ਇਹ ਭਵ ਸਾਗਰ ਤੋਂ ਪਾਰ ਹੋਣਾ ਸ਼ਬਦ ਦੁਆਰਾ, ਉਹ ਸ਼ਬਦ ਦੇ ਨਾਲ ਜੁੜਨਾ, ਨਾਮ ਦੇ ਨਾਲ, ਜਿਹਦਾ ਨਾਮ ਭੇਦ ਹੋਣ ਕਰਕੇ ਜੀਵੇ ਭਵ ਸਾਗਰ 'ਚ ਡੁੱਬਦਾ, ਦੁਬਿਧਾ 'ਚ ਪਿਆ ਹੋਏ, ਜਿਹਨੂੰ ਮਹਾਰਾਜ ਕਹਿੰਦੇ ਬਿਨ ਸ਼ਬਦੇ ਭਵ ਜਲ ਕਿਉਂ ਤਰੀਏ, ਹਉਮੈ ਰੋਗ ਜਗਤ ਵਿਆਪੀਆ। ਦੁਬਿਧਾ ਡੁੱਬ ਡੁੱਬ ਮਰੀਏ, ਵੀ ਇਹ ਦੁਬਿਧਾ 'ਚ ਪਏ ਹੋਏ ਡੁੱਬ ਡੁੱਬ ਮਰਦੇ। ਅਤੇ ਆਪਾਂ ਹੁਣ ਸ਼ਬਦ ਗੁਰੂ ਨਾਲ ਜੁੜਨਾ, ਜਿਹਨੇ ਸਾਨੂੰ ਇਹ ਪਾਰ ਲਗਾਉਣਾ ਭਵ ਜਲ 'ਚ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।